मैं कहना भी छोटे किसान वीर ਨੂੰ ਹੈ ਜੋ ਵੱਡੇ ਮਹਿੰਗੇ ਪੋਲੀ ਹਾਊਸ ਲਾਉਣ ਦੀ ਨਹੀਂ ਲੋੜ। ਇਹਦੇ ਵਿੱਚ ਵੀ ਕਾਫੀ ਹੈ। ਲੋ ਟਨਲ ਦੇ ਵਿੱਚ ਆਪਣਾ ਜ਼ਮੀਨ ਦਾ ਟੈਂਪਰੇਚਰ ਘਟ ਗਿਆ ਜਾਂ ਜਿਹੜੀ ਫਸਲ ਆਈ ਉਹਦੇ ਆਸ-ਪਾਸ ਦਾ ਟੈਂਪਰੇਚਰ ਘਟ ਗਿਆ ਤਾਂ ਆਪਣੀ ਜਿਹੜੀ ਗਰੋਥ ਆਪਣੀ ਘਟ ਜੇਗੀ। ਬਿਲਕੁਲ ਜੀ, ਇਹ ਜਿਹੜੀ ਪੋਲੀਨੇਸ਼ਨ ਦੀ ਗੱਲ ਹੈ ਬਹੁਤ ਇੰਪੋਰਟੈਂਟ ਹੈ। ਕਿਸਾਨ ਵੀਰ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਈ ਵਾਰ ਤਾਂ ਸੋਚਦੇ ਇਹ ਮੱਖੀਆਂ ਜਿਹੀਆਂ ਉੱਡੀਆਂ ਫਿਰਦੀਆਂ ਹੀ ਆ। ਆਪਣੇ ਅਰਥ ਤੋਂ ਜੇ ਮੱਖੀ ਖਤਮ ਹੋ ਜੇ ਸ਼ਾਇਦ ਮੱਖੀ ਤੇ ਪੋਲੀਨੇਸ਼ਨ ਹੀ ਹੋਗੀ ਤੇ ਆਪਾਂ ਨੂੰ ਮਤਲਬ ਭੁੱਖਮਰੀ ਤੋਂ ਵੀ ਮਤਲਬ ਵਾਲੀ ਕੰਡੀਸ਼ਨ ਆ ਜੇਗੀ। ਕੱਦੂ ਜਾਤੀ ਦੀਆਂ ਸਬਜ਼ੀਆਂ ਜਿਹੜੀਆਂ ਜਾਂ ਉਹਦਾ ਪਰਾਗਣਾ ਜਿਹੜਾ ਮੱਖੀਆਂ ਦੁਆਰਾ ਹਵਾ ਦੁਆਰਾ ਹੁੰਦਾ, ਨਾ ਤਾਂ ਪੋਲੀ ਹਾਊਸ ਦੇ ਵਿੱਚ ਮੱਖੀ ਜਾਣੀ ਹੈ ਤੇ ਨਾ ਹੀ ਉਹਦੇ 'ਚ ਹਵਾ ਜਾਣੀ ਹੈ। ਇੱਕ ਫਾਰਮਰ ਕੋਈ ਨਵੀਂ ਟੈਕਨੋਲੋਜੀ ਲਾ ਲੈਂਦਾ ਤਾਂ ਦੂਜਾ ਕਹਿੰਦਾ ਯਾਰ ਇਹਨੇ ਪਤਾ ਨਹੀਂ ਕੀ ਯਾਰ ਪੁੱਠਾ ਜਿਹਾ ਪੰਗਾ ਕਰ ਲਿਆ। ਕਿਸਾਨ ਵੀਰ ਨੂੰ ਬਿਨਾਂ ਟ੍ਰੇਨਿੰਗ ਤੋਂ ਕਹਿ ਦਾਂਗੇ ਤੂੰ ਲਾ ਤਾਂ ਕਿਸਾਨ ਵੀਰ ਨੂੰ ਉਹਦੀ ਦਿੱਕਤ ਆਏਗੀ। ਜੇ ਮੈਂ ਤੁਹਾਨੂੰ ਇਹ ਟੈਕਨੋਲੋਜੀ ਦੱਸ ਦੇਵਾਂ ਤੇ ਤੁਸੀਂ ਕਹੋਗੇ ਯਾਰ ਇਹ ਟੈਕਨੋਲੋਜੀ ਤਾਂ ਕੁਛ ਵੀ ਨਹੀਂ। ਤੁਸੀਂ ਇਹ ਕਹਿਣਾ ਕਿ ਇਹ ਤਕਨੀਕ ਤਾਂ ਪਹਿਲਾਂ ਮੈਂ ਵਰਤੂੰਗਾ, ਕਿਸਾਨ ਜਦੋਂ ਵਰਤਣਗੇ ਤਾਂ ਦੇਖੀ ਜਾਊਗੀ। ਇਹ ਕਿਸਾਨ ਕਹਿੰਦੇ ਖੇਤ ਗੇੜਾ ਨਾ ਮਾਰੇ ਨਾ ਤਾਂ ਫਸਲ ਉਹਦੀ ਉੱਧਰ ਜਾਂਦੀ ਹੈ। ਗੇਂਦੇ 'ਚ ਵੀ ਨਾ ਇੱਕ ਉਹਦੀ ਜੜ 'ਚ ਕਿਹੋ ਜਿਹਾ ਰਸ ਜਾਂ ਕੁਛ ਖੁਸ਼ਬੂ ਜੀ ਨਿਕਲਦੀ ਟਾਈਪ, ਉਹ ਆ ਜਿਹੜੀ ਨਿਮਾਟੋਡ ਨੂੰ ਦੂਰ ਕਰ ਦਿੰਦੀ ਹੈ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੰਨਦਾਤਾ। ਤੇ ਅੰਨਦਾਤਾ ਪ੍ਰੋਗਰਾਮ ਦੇ ਵਿੱਚ ਅੱਜ ਜੋ ਅਸੀਂ ਵਿਸ਼ਾ ਚੁਣਿਆ ਉਹ ਇਹ ਹੈ ਕਿ ਘੱਟ ਖੇਤਰ ਦੇ ਵਿੱਚ ਵਧੀਆ ਤਰੀਕੇ ਨਾਲ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ ਤੇ ਉਸ ਨੂੰ ਮੈਨੇਜ ਕਿਵੇਂ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ। ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਜੋ ਕਿਸਾਨ ਨੇ ਉਹਨਾਂ ਦੇ ਕੋਲ ਜ਼ਮੀਨ ਦਾ ਰਕਬਾ ਬਹੁਤ ਜ਼ਿਆਦਾ ਘੱਟ ਹੈ, ਜਿਸ ਦੀ ਵਜ੍ਹਾ ਕਰਕੇ ਉਹ ਵਧੀਆ ਖੇਤੀ ਨਹੀਂ ਕਰ ਪਾਉਂਦੇ। ਦੂਜੀ ਗੱਲ, ਉਹ ਜਾਂ ਇਸ ਗੱਲ ਨੂੰ ਜ਼ਿਆਦਾ ਤਵੱਜੋ ਦਿੰਦੇ ਨੇ ਕਿ ਅਸੀਂ ਆਪਣੀ ਜ਼ਮੀਨ ਆ ਉਹ ਠੇਕੇ 'ਤੇ ਦੇ ਦਈਏ ਅਤੇ ਸਾਨੂੰ ਆਮਦਨ ਆ ਜਾਵੇ। ਪਰ ਇੱਕ ਜੇਕਰ ਕਿਸਾਨ ਨੇ ਕਾਮਯਾਬ ਹੋਣਾ ਤਾਂ ਉਹਨੂੰ ਇਹ ਤਰੀਕਾ ਜ਼ਰੂਰ ਅਪਣਾਉਣਾ ਚਾਹੀਦਾ ਕਿ ਭਾਵੇਂ ਉਹਦੇ ਕੋਲ 1 ਏਕੜ ਆ, ਭਾਵੇਂ 2 ਏਕੜ ਆ, ਉਹਦੇ ਵਿੱਚ ਉਹ ਕਿਹੜੀ ਫਸਲ ਲਗਾਵੇ ਜਿਹਦੇ ਵਿੱਚ ਉਹ ਖੇਤੀ ਨੂੰ ਕਾਮਯਾਬ ਕਰ ਸਕੇ। ਕਿਉਂਕਿ ਬਦਲਦਾ ਦੌਰ ਆ ਅਤੇ ਅੱਜ ਇਹ ਜ਼ਰੂਰੀ ਨਹੀਂ ਰਿਹਾ ਕਿ ਜੇਕਰ ਤੁਹਾਡੇ ਕੋਲ ਮਰੱਬੇ ਨੇ ਤਾਂ ਹੀ ਤੁਸੀਂ ਖੇਤੀ 'ਚ ਕਾਮਯਾਬ ਹੋ ਸਕਦੇ ਹੋ। ਘੱਟ ਥਾਂ ਦੇ ਵਿੱਚ, ਘੱਟ ਏਕੜ ਦੇ ਵਿੱਚ ਵੀ ਜਿਹੜੇ ਕਈ ਕਿਸਾਨ ਨੇ ਉਹ ਵਧੀਆ ਆਮਦਨ ਲੈ ਰਹੇ ਨੇ। ਸੋ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਨਿਰਮਲ ਸਿੰਘ ਮੌਜੂਦ ਨੇ। ਡਾਕਟਰ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਹੈ ਜੀ ਪ੍ਰੋਗਰਾਮ ਅੰਨਦਾਤਾ ਵਿੱਚ। ਮੇਰੇ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਸਰ ਧੰਨਵਾਦ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਮੌਕਾ ਦਿੱਤਾ। ਜੀ ਗੱਲ ਜਿਵੇਂ ਤਾਰਫ ਕਰਾਇਆ ਵੀ ਜਿਹੜਾ ਵਿਸ਼ਾ ਆਪਾਂ ਨੇ ਅੱਜ ਚੁਣਿਆ ਉਹ ਇਹ ਹੈ ਵੀ ਕਿਸਾਨ ਨੇ ਜਿਹੜੇ ਉਹ ਘੱਟ ਜਗ੍ਹਾ ਦੇ ਵਿੱਚ, ਘੱਟ ਥਾਂ ਦੇ ਵਿੱਚ ਵਧੀਆ ਤਰੀਕੇ ਨਾਲ ਆਪਣੀ ਉਪਜ ਕਿਵੇਂ ਲੈ ਸਕਦੇ ਨੇ, ਖੇਤੀ ਨੂੰ ਕਿਸ ਤਰੀਕੇ ਨਾਲ ਉਹ ਮੈਨੇਜ ਕਰ ਸਕਦੇ ਨੇ, ਵਿਉਂਤਬੰਦੀ ਕਿੱਦਾਂ ਕਰ ਸਕਦੇ ਨੇ। ਅਤੇ ਇਹਦੇ 'ਤੇ ਤੁਹਾਡਾ ਜੋ ਵੀ ਤੁਸੀਂ ਸਟੱਡੀ ਕੀਤੀ ਹੈ, ਕਿਸਾਨਾਂ ਨੂੰ ਮਿਲਦੇ ਹੋ ਤਾਂ ਤੁਹਾਡੀ ਕੀ ਰਾਏ ਹੈ ਇਹਦੇ ਉੱਤੇ, ਕਿਵੇਂ ਕਰ ਸਕਦੇ ਨੇ ਕਿਸਾਨ? ਜਿਵੇਂ ਤੁਸੀਂ ਕਰਨ ਜੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਜ਼ਿਆਦਾਤਰ ਕਿਸਾਨ ਉਹਨਾਂ ਕੋਲੇ ਜੋ ਹੈ ਜ਼ਮੀਨ ਮਤਲਬ ਥੋੜ੍ਹੀ ਜ਼ਮੀਨ ਉਹਨਾਂ ਕੋਲੇ, ਅਤੇ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਕਈ ਵਾਰੀ ਇੱਦਾਂ ਵੀ ਆਪਣੇ ਆਪ ਨੂੰ ਫੀਲ ਕਰਦੇ ਕਿ ਨਹੀਂ ਵੀ ਅਸੀਂ ਤਾਂ ਸ਼ਾਇਦ ਵੀ ਸਾਡੇ ਕੋਲ ਥੋੜ੍ਹੀ ਜ਼ਮੀਨ ਆ, ਉਹ ਦੱਸਣ 'ਚ ਵੀ ਕਈ ਵਾਰੀ ਸਕਦੇ ਵੀ ਹੈ। ਅਤੇ ਪਰ ਮੈਂ ਕਹਿੰਦਾ ਕਿ ਜਿਹੜੇ ਛੋਟੇ ਫਾਰਮਰ ਹੈ ਉਹ ਜ਼ਿਆਦਾ ਖੇਤੀ ਤੋਂ ਕਮਾਈ ਕਰ ਸਕਦੇ ਹੈਗੇ ਆ। ਅਤੇ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਕਿਹੜੀ ਤਕਨੀਕਾਂ ਦੇ ਨਾਲ ਆਪਾਂ ਜੋ ਹੈ ਥੋੜ੍ਹੀ ਜ਼ਮੀਨ ਤੋਂ ਉਸ ਥੋੜ੍ਹੇ ਏਰੀਏ ਤੋਂ ਆਪਾਂ ਜ਼ਿਆਦਾ ਚੰਗਾ ਮੁਨਾਫਾ ਲੈ ਸਕੀਏ। ਆਪਾਂ ਉਹਦੇ ਵਿੱਚ ਇੱਕ ਆਉਂਦੀ ਹੈ ਤਕਨੀਕ ਹੈ ਸੁਰੱਖਿਅਤ ਖੇਤੀ। ਸੁਰੱਖਿਅਤ ਖੇਤੀ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਕਿ ਅੱਜ ਵੀ ਆਪਾਂ ਦੇਖਾਂਗੇ ਕਿ ਮੌਸਮ ਦਾ ਤੁਸੀਂ ਦੇਖੋ ਵੀ ਕਿਤੇ ਅਚਾਨਕ ਬਰਸਾਤ ਆ ਜਾਂਦੀ ਹੈ, ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਹੈਗਾ ਕਿ ਅੱਜ ਮੌਸਮ ਸਾਫ਼ ਹੁੰਦਾ ਅਤੇ ਕੱਲ੍ਹ ਨੂੰ ਮੀਂਹ ਆ ਜਾਂਦਾ ਹੈਗਾ। ਅਤੇ ਜਾਂ ਕਈ ਵਾਰੀ ਆਪਣੇ ਕੀ ਹੁੰਦਾ ਹੈਗਾ ਜਿਹੜੇ ਆਪਣਾ ਇਹ ਜਲਵਾਯੂ ਆਪਣਾ ਵਾਤਾਵਰਣ ਹੈ ਇਹ ਟੋਟਲੀ ਮਤਲਬ ਅੱਗੇ ਪਿੱਛੇ ਹੋ ਗਿਆ ਸਾਰਾ। ਤਾਂ ਬਰਸਾਤਾਂ ਆਉਣ ਦਾ ਟਾਈਮ, ਕਈ ਵਾਰੀ ਸਾਉਣ ਦਾ ਮਹੀਨਾ ਇਹ ਸੁੱਕਾ ਨਿਕਲ ਜਾਂਦਾ, ਭਾਦੋ 'ਚ ਮੀਂਹ ਪੈਣ ਲੱਗ ਜਾਂਦੇ ਆ। ਸੋ ਪਹਿਲਾਂ ਕਿਸਾਨ ਵੀਰ ਨੂੰ ਆਈਡੀਆ ਰਹਿੰਦਾ ਸੀ ਕਿ ਇਸ ਟਾਈਮ ਮੀਂਹ ਆਉਣਗੇ, ਇਸ ਤਰੀਕੇ ਨਾਲ ਵਿਉਂਤਬੰਦੀ ਉਹ ਆਪਣੀ ਕਰ ਲੈਂਦੇ ਸੀਗੇ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੋਏ ਜੋ ਹੈ ਇਹ ਸੁਰੱਖਿਅਤ ਖੇਤੀ ਹੈ ਜੋ ਇੱਕ ਬਹੁਤ ਹੀ ਵਧੀਆ ਇੱਕ ਜੋ ਹੈ ਉਪਰਾਲਾ ਜਾਂ ਇੱਕ ਕਿਸਾਨ ਵੀਰਾਂ ਨੇ ਇੱਕ ਤਕਨੀਕ ਹੈਗੀ ਹੈ। ਸੁਰੱਖਿਅਤ ਖੇਤੀ ਦੇ ਵਿੱਚ ਕੀ ਆ ਜਾਂਦਾ, ਜਿਵੇਂ ਕਿ ਦੇਖੀਏ ਇੱਕ ਤਾਂ ਪੋਲੀ ਹਾਊਸ ਹੀ ਆ ਗਿਆ, ਜਿਸ ਨੂੰ ਨੈੱਟ ਹਾਊਸ ਵੀ ਕਹਿੰਦੇ ਆ ਜਾਂ ਗ੍ਰੀਨ ਹਾਊਸ ਕਹਿੰਦੇ ਆ ਜਾਂ ਪੋਲੀ ਹਾਊਸ ਕਹਿੰਦੇ ਆ। ਇਹਦੇ ਵਿੱਚ ਵੀ ਕਈ ਨੇ, ਇਹ ਅਲੱਗ-ਅਲੱਗ ਕਿਸਾਨ ਵੀਰ 'ਤੇ ਡਿਪੈਂਡ ਕਰਦਾ। ਮੈਨੂੰ ਲੱਗਦਾ ਜੀ ਇਹ ਸ਼ੈੱਡ ਵੀ ਕਹਿ ਦਿੰਦੇ ਨੇ ਇਹਨੂੰ। ਹਾਂ, ਕਈ ਕਿਸਾਨ ਵੀਰਾਂ ਨੂੰ ਨਹੀਂ ਪਤਾ ਹੈਗਾ, ਬਿਲਕੁਲ ਵਿਚਾਰੇ ਸ਼ੈੱਡ ਵੀ ਕਹਿੰਦੇ ਕਿਉਂਕਿ ਥੋੜ੍ਹੀ ਜਿਹੀ ਤਕਨੀਕ ਹੈ, ਥੋੜ੍ਹੀ ਜਿਹੀ ਵੱਖਰੀ ਤਕਨੀਕ ਹੈ। ਅਤੇ ਇਹਦੇ ਵਿੱਚ ਵੀ ਕਾਫੀ ਆ ਜਾਂਦੇ ਨੇ। ਇਹਦੇ ਵਿੱਚ ਵੀ ਕਰਨ ਜੀ ਇੱਕ ਕਿਸਾਨ ਵੀਰ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਮਤਲਬ ਸਸਤੇ ਤੋਂ ਲੈ ਕੇ, ਛੋਟੇ ਤੋਂ ਲੈ ਕੇ ਵੱਡੇ ਲੈਵਲ ਤੱਕ ਦੇ ਵੀ ਹੈਗੇ ਇਹ। ਅਤੇ ਸ਼ੁਰੂ 'ਚ ਹੀ ਕਿਸਾਨ ਵੀਰ ਕੀ ਕਰਦੇ, ਬਹੁਤ ਵੱਡੇ ਜ਼ਿਆਦਾ ਖਰਚਾ ਵੀ ਕਰ ਦਿੰਦੇ ਹੈਗੇ ਆ। ਇਹ ਬਾਂਸਾਂ ਦੇ ਵੀ ਬਣ ਜਾਂਦੇ ਆ। ਇਹ
ਆਪਣਾ ਮਤਲਬ ਛੋਟੇ ਵੀ ਬਣਾ ਸਕਦੇ ਹਾਂ ਆਪਾਂ, ਘੱਟ ਹਾਈਟ ਦੇ ਵੀ ਬਣਾ ਸਕਦੇ ਹਾਂ ਆਪਾਂ। ਇਹ ਕਿਸਾਨ ਵੀਰ ਨੇ ਦੇਖਣਾ ਕਿ ਉਹਦੀ ਕਿੰਨੀ ਕੁ ਗੁੰਜਾਇਸ਼ ਹੈ। ਸ਼ੁਰੂ 'ਚ ਉਸਨੇ ਸਿੱਖਣਾ ਵੀ ਹੈ। ਸ਼ੁਰੂ ਦੇ ਵਿੱਚ ਵੀ ਆਪਾਂ ਨੂੰ ਇਸ 'ਤੇ ਜ਼ਿਆਦਾ ਜੋ ਲੱਖਾਂ ਰੁਪਈਏ ਲਾਉਣ ਦੀ ਆਪਾਂ ਨੂੰ ਮਤਲਬ ਜ਼ਰੂਰਤ ਨਹੀਂ ਆਪਾਂ ਨੂੰ। ਅਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਸੁਰੱਖਿਅਤ ਖੇਤੀ 'ਚ ਹੋਰ ਵੀ ਚੀਜ਼ ਆ ਜਾਂਦੀ ਹੈ। ਇੱਕ ਹੁੰਦੀ ਹੈ ਲੋ ਟਨਲ ਟੈਕਨੋਲੋਜੀ, ਜਿਸ ਨੂੰ ਕਹਿ ਦਿੰਦੇ ਸੁਰੰਗਾਂ ਵਿੱਚ ਖੇਤੀ ਕਰਨਾ। ਉਹ ਵੀ ਸਾਡੀ ਕੀ ਹੈ ਕਿ ਦੇਖੋ ਜੋ ਸਬਜ਼ੀਆਂ ਜਾਂ ਕੋਈ ਵੀ ਫਸਲ ਜਾਂ ਹੋਰ ਵੀ ਹੈ, ਉਸ ਤੋਂ ਨਾ ਖਾਸ ਕਰਕੇ ਸਬਜ਼ੀਆਂ ਦੀ ਗੱਲ ਦੇਖੀਏ ਤਾਂ ਚੰਗੀ ਕਮਾਈ ਹੈ ਜਿਹੜੀ ਅਗੇਤੀ ਜਾਂ ਪਛੇਤੀ ਤੋਂ ਹੁੰਦੀ ਹੈ। ਜਦੋਂ ਆਪਾਂ ਇੱਕਦਮ ਢੇਰ ਲਾ ਦਿੰਦੇ ਹਾਂ ਮੰਡੀਆਂ ਦੇ ਵਿੱਚ, ਮੰਡੀਆਂ 'ਚ ਗਲਟ ਆ ਜਾਂਦਾ, ਤਾਂ ਉਸ ਟਾਈਮ ਇਹ ਜਿਹੜੀ ਰੇਟ ਦੀ ਆਪਣੇ ਦਿੱਕਤ ਆਉਂਦੀ ਹੈ। ਜਿਵੇਂ ਡਿਮਾਂਡ ਸਪਲਾਈ ਦਾ ਤੁਹਾਨੂੰ ਪਤਾ ਹੀ ਆ, ਡਿਮਾਂਡ ਘੱਟ ਹੋਊਗੀ, ਮੰਗ ਘੱਟ ਹੋਊਗੀ, ਅਤੇ ਆਪਾਂ ਉੱਥੇ ਮੰਡੀ 'ਚ ਆਪਾਂ ਜ਼ਿਆਦਾ ਸਿੱਟ ਦਾਂਗੇ ਤਾਂ ਆਪਾਂ ਨੂੰ ਰੇਟ ਆਟੋਮੈਟਿਕ ਹੀ ਆਪਣਾ ਘਟੇਗਾ। ਉਹਦੇ ਵਿੱਚ ਸੁਰੰਗਾਂ ਦੇ ਵਿੱਚ ਖੇਤੀ 'ਚ ਕੀ ਕਰਦੇ ਨੇ ਕਿਸਾਨ ਵੀਰ, ਜਿਵੇਂ ਨਵੰਬਰ ਦੇ ਵਿੱਚ ਸਬਜ਼ੀਆਂ ਲਗਾਉਂਦੇ ਨੇ, ਜਿਹਦੇ 'ਚ ਮਿਰਚਾਂ ਵੀ ਲਗਾਉਂਦੇ ਨੇ, ਕੱਦੂ ਜਾਤੀ ਦੀਆਂ ਸਬਜ਼ੀਆਂ ਵੀ ਲਗਾਉਂਦੇ ਨੇ, ਟਮਾਟਰ ਵੀ ਲਗਾਉਂਦੇ ਨੇ, ਹੋਰ ਵੀ ਕਈ ਫਸਲਾਂ ਲਗਾਉਂਦੇ ਨੇ। ਉਹਦੇ ਵਿੱਚ ਕੀ ਕਰਦੇ ਨੇ, ਨਵੰਬਰ ਦੇ ਵਿੱਚ ਉਹ ਫਸਲ ਲਗਾ ਕੇ ਉਸ ਨੂੰ ਜੋ ਆ ਪੋਲੀਥੀਨ ਸ਼ੀਟ ਦੇ ਨਾਲ ਉਸ ਨੂੰ ਕਵਰ ਕਰ ਦਿੰਦੇ ਆ। ਸਰੀਏ ਲਗਾ ਕੇ 2-3 ਜੋ ਵੀ ਆ ਆਪਣੇ 2-3 ਫੁੱਟ ਦੇ ਲਗਾ ਕੇ ਗੋਲ ਕਰਕੇ। ਉਹਦੇ ਨਾਲ ਕੀ ਹੁੰਦਾ, ਜਿਹੜਾ ਆਪਣਾ ਦਸੰਬਰ ਜਨਵਰੀ ਦਾ ਮਹੀਨਾ ਹੈ, ਆਪਣੇ ਆਮ ਤੌਰ 'ਤੇ ਕਹਿੰਦੇ ਆ ਵੀ ਜਿਹੜਾ ਆਪਣੇ ਲੋਹੜੀ ਦੇ ਬਾਅਦ ਆਪਣੇ ਪਾਲਾ ਚੱਕਿਆ ਜਾਂਦਾ ਕੋਰਾ ਆਪਣਾ। ਜਦੋਂ ਕਿਸਾਨ ਵੀਰ ਆਪਣੇ ਉਹ ਫਸਲਾਂ ਫਰਵਰੀ 'ਚ ਲਗਾਉਣਗੇ ਤਾਂ ਉਸ ਦੇ ਵਿੱਚ ਕੀ ਹੋਏਗਾ, ਆਪਣੀ ਜਿਹੜੀ ਫਸਲ ਹੈ, ਜਿਹੜੀ ਆਪਾਂ ਸੁਰੰਗਾਂ ਵਿੱਚ ਲਗਾਈ ਹੈ, ਖੇਤੀ ਵਿੱਚ ਲਗਾਈ ਹੈ, ਤਾਂ ਆਪਣੀ ਉਹ ਫਸਲ ਹੈ ਉਸ ਟਾਈਮ ਉਹਨਾਂ ਦੇ ਨਾਲੋਂ ਕਾਫੀ ਅਗੇਤੀ ਹੋ ਜਾਂਦੀ ਹੈ। ਸੋ ਉਹ ਵੀ ਇੱਕ ਸੁਰੱਖਿਅਤ ਖੇਤੀ ਦਾ ਹੀ ਇੱਕ ਜੋ ਇੱਕ ਹਿੱਸਾ ਹੈਗਾ। ਇਹ ਤਾਂ ਜੀ ਗੱਲ ਤੁਸੀਂ ਜਿਵੇਂ ਵੀ ਜਿਹੜੇ ਪੋਲੀ ਹਾਊਸ ਨੇ ਅਤੇ ਟਰਨਲ ਜਿਹੜੀ ਬਣਾ ਕੇ ਬੀਜਦੇ ਹਾਂ ਆਪਾਂ ਫਲ, ਉਹ ਇੱਕ ਤਾਂ ਘੱਟ ਜਗ੍ਹਾ 'ਚ ਲੱਗ ਜਾਂਦਾ, ਅਤੇ ਦੂਜਾ ਉਹਦੇ ਵਿੱਚ ਜਿਹੜੀ ਤੁਹਾਡੀ ਫਸਲ ਆ ਉਹ ਸੁਰੱਖਿਅਤ ਰਹਿੰਦੀ ਆ। ਅਤੇ ਹੁਣ ਜਿਵੇਂ ਤੁਸੀਂ ਫੀਲਡ 'ਚ ਜਾਂਦੇ ਹੋ ਤਾਂ ਇੱਕ ਵਿਚਾਰ ਆ ਜਿਹੜਾ ਪੋਲੀ ਹਾਊਸ 'ਤੇ ਦੇਖੋ ਖਰਚਾ ਬਹੁਤ ਜ਼ਿਆਦਾ, ਕਿਉਂਕਿ ਆਪਾਂ ਗੱਲ ਕਰਦੇ ਹਾਂ ਘੱਟ ਜਿਹਦੇ ਕੋਲ ਪੈਲੀ ਆ ਉਹ ਕਿਸਾਨ ਦੀ। ਜੇ ਉਹਦੇ ਕੋਲ ਘੱਟ ਪੈਲੀ ਹੈ ਤਾਂ ਮਤਲਬ ਉਹਦੇ ਕੋਲ ਪੈਸਾ ਵੀ ਘੱਟ ਹੋਊਗਾ। ਤਾਂ ਪੋਲੀ ਹਾਊਸ 'ਤੇ ਦੇਖੋ ਜੀ ਉਹਦੇ ਵੱਸ ਦੀ ਗੱਲ ਨਹੀਂ ਹੈਗੀ, ਕਿਉਂਕਿ ਇੰਨਾ ਖਰਚਾ ਵੀ ਕਰੇ ਕੱਲ੍ਹ ਨੂੰ ਉਨੀ ਕੁ। ਸੋ ਪੋਲੀ ਹਾਊਸ ਨੂੰ ਆਪਾਂ ਇਹਦੇ ਵਿੱਚੋਂ ਫਿਲਹਾਲ ਸੁਰੱਖਿਅਤ ਖੇਤੀ 'ਚੋਂ ਮੈਂ ਕਹੂੰਗਾ ਵੀ ਆਪਾਂ ਛੋਟੇ ਕਿਸਾਨਾਂ ਉੱਤੇ ਗੱਲ ਕਰੀਏ। ਜਿਹੜਾ ਤੁਸੀਂ ਟਰਨਲ ਵਾਲਾ ਦੱਸਿਆ ਤਾਂ ਉਹਦੇ ਵਿੱਚ ਜੇ ਆਪਾਂ ਸੀਜ਼ਨਲ ਫਸਲਾਂ ਦੀ ਗੱਲ ਕਰੀਏ, ਤੁਸੀਂ ਹੁਣ ਨਵੰਬਰ ਦੱਸਿਆ ਕਿ ਉਹਦੇ ਨਾਲ ਸਾਰਾ ਸਾਲ ਸੁਰੱਖਿਅਤ ਤਰੀਕੇ ਨਾਲ ਖੇਤੀ ਕੀਤੀ ਜਾ ਸਕਦੀ ਹੈ। ਜਿਹੜੀ ਆਪਾਂ ਗੱਲ ਕੀਤੀ ਆ ਲੋ ਟਨਲ ਦੀ, ਆਪਾਂ ਸੁਰੰਗਾਂ ਦੇ ਵਿੱਚ ਖੇਤੀ, ਇਹਦਾ ਜਿਹੜਾ ਮੇਨ ਟਾਰਗੇਟ ਹੁੰਦਾ ਉਹ ਟਾਰਗੇਟ ਇਹ ਹੈ ਕਿ ਜਿਹੜੀ ਆਪਣੇ 2 ਮਹੀਨੇ ਜਾਂ ਆਪਣੀ ਸਰਦੀ ਪੈਂਦੀ ਹੈ ਆਪਣੇ, ਅਤੇ ਆਪਾਂ ਸਰਦੀ ਦਾ ਇੰਤਜ਼ਾਰ ਕਰਦੇ ਹਾਂ ਕਿ ਸਰਦੀ ਜਾਏਗੀ ਤਾਂ ਆਪਾਂ ਆਹ ਫਸਲ ਆਪਾਂ ਬੀਜਾਂਗੇ। ਜਿਹੜੀ ਆਮ ਹੀ ਆਪਾਂ ਗੱਲ ਕਰੀਏ ਕਿ ਜਦੋਂ ਆਪਣਾ ਜਨਵਰੀ ਦਾ ਮਹੀਨਾ ਨਿਕਲ ਜਾਂਦਾ ਹੈ ਤਾਂ ਆਪਣੀ ਫਰਵਰੀ ਸਟਾਰਟ ਹੋ ਜਾਂਦੀ ਆ ਜਾਂ ਮਾਰਚ ਸਟਾਰਟ ਹੋ ਜਾਂਦੀ ਹੈ। ਜ਼ਿਆਦਾਤਰ ਸਬਜ਼ੀਆਂ ਦਾ ਬਿਜਾਈ ਦਾ ਸਮਾਂ ਗਰਮੀ ਦੀਆਂ ਸਬਜ਼ੀਆਂ ਦਾ ਬਿਜਾਈ ਦਾ ਉਹ ਸਮਾਂ ਹੈ। ਲੇਕਿਨ ਉਹਦਾ ਚੱਕਰ ਕੀ ਪੈ ਜਾਂਦਾ, ਜਦੋਂ ਫਰਵਰੀ ਮਾਰਚ ਦੇ ਵਿੱਚ ਸਾਰੇ ਕਿਸਾਨ ਵੀਰ ਲਾ ਦਿੰਦੇ ਆ ਤਾਂ ਉਹੀ ਉਹਦੇ 'ਚ ਫਿਰ ਆਪਣੀ ਮਈ ਜੂਨ ਦੇ ਵਿੱਚ ਜਿਵੇਂ ਆਪਣਾ ਝਾੜ ਮਿਲਣਾ ਆਪਾਂ ਨੂੰ ਸਟਾਰਟ ਹੋ ਜਾਂਦਾ, ਅਤੇ ਉਹਦੇ ਵਿੱਚ ਉਹੀ ਸਮੱਸਿਆ ਫਿਰ ਆ ਜਾਂਦੀ ਹੈ ਕਿ ਰੇਟ ਦੀ ਸਮੱਸਿਆ ਆਉਂਦੀ ਹੈਗੀ ਹੈ। ਇਸ ਲਈ ਆਪਾਂ ਜਿਹੜੇ ਸੁਰੰਗਾਂ ਦੇ ਵਿੱਚ ਖੇਤੀ ਦੀ ਆਪਾਂ ਜੋ ਹੈ ਇਹ ਟੈਕਨੋਲੋਜੀ ਜਾਂ ਤਕਨੀਕ ਵਰਤਦੇ ਹਾਂ। ਜੋ ਆਪਾਂ ਪੋਲੀ ਹਾਊਸ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਇਹ ਇੱਕ ਥੋੜ੍ਹੀ ਮਹਿੰਗੀ ਟੈਕਨੋਲੋਜੀ ਹੈ, ਛੋਟੇ ਕਿਸਾਨ ਵੀਰ ਨੂੰ ਔਖਾ ਹੋ ਜਾਂਦਾ। ਮੈਂ ਕਹਿੰਦਾ ਵੀ ਛੋਟੇ ਕਿਸਾਨ ਵੀਰ ਨੂੰ ਹੈ ਜੋ ਵੱਡੇ ਮਹਿੰਗੇ ਪੋਲੀ ਹਾਊਸ ਲਾਉਣ ਦੀ ਨਹੀਂ ਲੋੜ। ਇਹਦੇ ਵਿੱਚ ਵੀ ਕਾਫੀ ਹੈ। ਇਹਦੇ ਵਿੱਚ ਇੱਕ ਵਾਕਿੰਗ ਟਨਲ ਵੀ ਹੁੰਦੇ ਨੇ, ਉਹ ਵੀ ਆਪਾਂ ਲਗਾ ਸਕਦੇ ਹੈਗੇ ਹਾਂ। ਇਹਦੇ ਵਿੱਚ ਛੋਟੀ ਹਾਈਟ ਦੇ ਵੀ ਆਪਾਂ ਲਗਾ ਸਕਦੇ ਹੈਗੇ ਹਾਂ। ਠੀਕ ਹੈ ਜੀ। ਇਸ ਦੇ ਵਿੱਚ ਕੁਛ ਆਪਾਂ ਟੈਂਪਰੇਰੀ ਸਟਰਕਚਰ ਵੀ ਬਣਾ ਸਕਦੇ ਹਾਂ ਆਪਾਂ, ਜਿਵੇਂ ਕਿ ਆਪਣੇ ਬਾਂਸਾਂ 'ਤੇ ਲਗਾ ਕੇ ਜਾਂ ਛੋਟੀਆਂ ਪਾਈਪਾਂ 'ਤੇ ਲਗਾ ਕੇ ਜਾਂ ਘੱਟ ਹਾਈਟ 'ਤੇ ਕਰਕੇ ਕਿਸਾਨ ਵੀਰ ਉਸ ਤੋਂ ਵੀ ਜਿਹੜਾ ਇਸ ਦਾ ਚੋਖਾ ਮੁਨਾਫਾ ਲੈ ਰਹੇ ਆ। ਬਟ ਗੱਲ ਕੀ ਇਹਦੇ ਵਿੱਚ ਇੱਕ ਆਮ ਜੋ ਆਪਾਂ ਖੁੱਲ੍ਹੇ 'ਚ ਸਬਜ਼ੀਆਂ ਲਗਾ ਰਹੇ ਹਾਂ ਜਾਂ ਖੁੱਲ੍ਹੇ 'ਚ ਕੋਈ ਫਸਲ ਕਰ ਰਹੇ ਹਾਂ, ਉਹ ਥੋੜ੍ਹੀ ਜਿਹੀ ਸੌਖੀ ਤਕਨੀਕ ਹੁੰਦੀ ਹੈ, ਕਿਉਂਕਿ ਉਹ ਤਾਂ ਦੇਖੋ ਇਹਨਾਂ ਦੇ ਮਤਲਬ ਪਿਛਲੀਆਂ ਪੁਸ਼ਤਾਂ ਤੋਂ ਕਾਫੀ ਕਿਸਾਨ ਵੀਰ ਉਗਾ ਰਹੇ। ਜਿਵੇਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਉਹਦੇ 'ਚ ਉਹਨੂੰ ਮਹਾਰਤ ਹਾਸਲ ਹੋਈ ਪਈ ਹੈ। ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਤਕਨੀਕੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਜੋ ਆਪਾਂ ਇੱਕ ਮਤਲਬ ਪੁਆਇੰਟ ਕਰਕੇ ਆਪਾਂ ਉਹ ਤਕਨੀਕੀ ਗੱਲਾਂ ਕਿਹੜੀਆਂ ਰੱਖਣੀਆਂ ਉਹ ਆਪਾਂ ਡਿਸਕਸ ਕਰਾਂਗੇ। ਅਤੇ ਇੱਕ ਗੱਲ ਹੋਰ ਵੀ, ਕਿਉਂਕਿ ਵਾਟਰ ਮੈਨੇਜਮੈਂਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ। ਹੁਣ ਜੇ ਆਪਾਂ ਟਰਨਲ ਜਿਹੜੀ ਤੁਸੀਂ ਦੱਸਦੇ ਹੋ ਵੀ ਉਹ ਛੋਟੀ ਛੱਤ ਜੀ ਬਣਾ ਕੇ ਕਿਸਾਨ ਲਾ ਦਿੰਦੇ ਆ, ਮੈਂ ਦੱਸ ਦੇਵਾਂ ਤਸਵੀਰਾਂ ਅਸੀਂ ਦਿਖਾ ਦਾਂਗੇ ਕਿ ਕਿਹੜੇ ਚੀਜ਼ ਦੀ ਗੱਲ ਕਰਦੇ ਹੋ। ਕਈ ਵਾਰ ਕਿਸਾਨ ਅਵੇਅਰ ਰਹਿ ਜਾਂਦੇ ਨੇ, ਪਤਾ ਨਹੀਂ ਕਿਹੜੀ ਟਰਨਲ ਸਕੀਮ ਹੈ ਜੀ, ਕਿਹੜੀ ਆ ਗਈ ਸਾਨੂੰ ਤਾਂ ਪਤਾ ਨਹੀਂ। ਉਹ ਛੋਟੀ ਛੱਤਾਂ ਜੀ ਬਣਾ ਕੇ ਸਕਰੀਨ ਉੱਤੇ ਵੀਡੀਓ ਚੱਲ ਰਹੀ ਹੈ, ਇਹ ਵਾਲੀ ਜਿਹੜੀ ਤਕਨੀਕ ਕਹੀ ਜਾਂਦੀ ਹੈ। ਇਹਦੇ ਵਿੱਚ ਆਪਾਂ ਜਿਹੜੀ ਸਬਜ਼ੀਆਂ ਨੂੰ ਵਧੀਆ ਤਰੀਕੇ ਨਾਲ ਉਗਾ ਸਕਦੇ ਹਾਂ, ਕਿਉਂਕਿ ਵੱਡੇ ਪੋਲੀ ਹਾਊਸ ਬਣਾਉਣ ਦੀ ਬਜਾਏ ਜਿਹੜੇ ਤੁਸੀਂ ਛੋਟੇ 3-3 ਫੁੱਟ ਵਾਲੇ ਕਹਿ ਦਈਏ ਪੋਲੀ ਹਾਊਸ ਉਹ ਬਣਾ ਸਕਦੇ ਹੋ। ਅਤੇ ਇਹਦੇ ਵਿੱਚ ਜੇਕਰ ਆਪਾਂ ਦੀ ਗੱਲ ਕਰੀਏ, ਸ਼ੀਟਸ ਦੀ ਗੱਲ ਕਰੀਏ ਜਾਂ ਵਾਟਰਿੰਗ ਦੀ ਗੱਲ ਕਰੀਏ, ਕਿ ਡ੍ਰਿਪ ਸਿਸਟਮ ਹੀ ਇਹਦੇ ਲਈ ਕਾਮਯਾਬ ਹੈ? ਇਸ 'ਚ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਇਹਦੇ ਵਿੱਚ ਜੇ ਡ੍ਰਿਪ ਲਗਾ ਦਈਏ ਤਾਂ ਜ਼ਿਆਦਾ ਫਾਇਦਾ। ਜਿਹੜੇ ਆਪਾਂ ਲੋ ਟਨਲ ਦੇ ਵਿੱਚ ਆਪਾਂ ਸਬਜ਼ੀਆਂ ਉਗਾਉਂਦੇ ਹਾਂ, ਜੇ ਇਹਦੇ ਵਿੱਚ ਡ੍ਰਿਪ ਵੀ ਲੱਗ ਜੇ ਅਤੇ ਡ੍ਰਿਪ ਦੇ ਨਾਲ ਇਹਦੇ ਇੱਕ ਹੁੰਦੀ ਆ ਆਪਾਂ ਮਲਚਿੰਗ ਕਰ ਦਿੰਦੇ ਹਾਂ।
ਮਲਚਿੰਗ ਦਾ ਬਹੁਤ ਆਪਾਂ ਨੂੰ ਫਾਇਦਾ ਹੁੰਦਾ। ਮਲਚਿੰਗ ਦਾ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਮਲਚਿੰਗ ਦਾ ਫਾਇਦਾ ਇਹ ਹੁੰਦਾ, ਇੱਕ ਤਾਂ ਆਪਾਂ ਨੇ ਕੀ ਹੈ ਕਿ ਆਪਣੇ ਨਦੀਨ ਬਹੁਤ ਘੱਟ ਉੱਗਣਗੇ ਮਲਚਿੰਗ ਦੇ ਨਾਲ। ਦੂਜੇ ਨੰਬਰ ਤੇ ਕੀ ਹੈ ਕਿ ਮਲਚਿੰਗ ਦੇ ਨਾਲ ਦੇਖੋ ਆਪਾਂ ਲੋਅ ਟਨਲ ਵਾਲੇ ਆਪਾਂ ਸਪੈਸ਼ਲ ਮੈਂ ਤੁਹਾਨੂੰ ਕਿਹਾ ਸੀ ਵੀ ਸਰਦੀਆਂ ਤੋਂ ਆਪਾਂ ਕਿਵੇਂ ਫਸਲ ਨੂੰ ਅਗੇਤੀ ਕਰਨਾ ਹੈ। ਤਾਂ ਇਹਦੇ ਨਾਲ ਕੀ ਹੁੰਦਾ ਹੈ, ਲੋਅ ਟਨਲ ਦੇ ਨਾਲ ਪਾਣੀ ਦੀ ਬਚਤ ਦੇ ਨਾਲ ਨਾਲ ਥੋੜ੍ਹਾ ਜਿਹਾ ਜਿਹੜਾ ਜ਼ਮੀਨ ਦਾ ਟੈਂਪਰੇਚਰ ਵੀ ਆਪਣਾ ਮੇਨਟੇਨ ਰਹਿੰਦਾ ਹੈ, ਕਿਉਂਕਿ ਸਰਦੀਆਂ ਦੇ ਵਿੱਚ ਟੈਂਪਰੇਚਰ ਤਾਂ ਆਟੋਮੈਟਿਕ ਘਟਦਾ ਹੈ। ਜੇ ਆਪਣਾ ਲੋਅ ਟਨਲ ਦੇ ਵਿੱਚ ਆਪਣਾ ਜ਼ਮੀਨ ਦਾ ਟੈਂਪਰੇਚਰ ਘਟ ਗਿਆ ਜਾਂ ਜਿਹੜੀ ਉਹ ਫਸਲ ਆਈ ਉਹਦੇ ਆਸ-ਪਾਸ ਦਾ ਟੈਂਪਰੇਚਰ ਘਟ ਗਿਆ ਤਾਂ ਆਪਣੀ ਜਿਹੜੀ ਗਰੋਥ ਆਪਣੀ ਉਹ ਆਪਣੀ ਘਟ ਜੇਗੀ। ਸੋ ਮਲਚਿੰਗ ਦੇ ਲੇਕਿਨ ਕੁਝ ਕਿਸਾਨ ਵੀਰ ਕਹਿੰਦੇ ਆ ਕਿ ਸਾਨੂੰ ਥੋੜ੍ਹਾ ਜਿਹਾ ਜਿਹੜਾ ਇਹ ਦਿੱਕਤ ਆਉਂਦੀ ਹੈਗੀ ਆ ਇਹਦੇ ਵਿੱਚ ਆਪਣੇ ਕੀ ਨਾਮ ਆ ਜਿਹੜੀ ਤੁਸੀਂ ਗੱਲ ਕੀਤੀ ਡ੍ਰਿਪ ਇਰੀਗੇਸ਼ਨ ਦੇ ਵਿੱਚ, ਇਹਦੇ ਵਿੱਚ ਵੀ ਕੋਈ ਜ਼ਿਆਦਾ ਦਿੱਕਤ ਵੀ ਨਹੀਂ ਹੈ। ਡ੍ਰਿਪ ਇਰੀਗੇਸ਼ਨ ਹੋ ਜਾਂਦੀ ਹੈ, ਕਾਫੀ ਮਹਿਕਮੇ ਇਹਨੂੰ ਪ੍ਰਮੋਟ ਵੀ ਕਰ ਰਹੇ ਹੈ, ਕਿਉਂਕਿ ਕੋ ਆਪਣਾ ਪਾਣੀ ਇੱਕ ਕੁਦਰਤੀ ਸੋਮਾ, ਆਪਣਾ ਬਹੁਤ ਕੀਮਤੀ ਸੋਮਾ ਹੈ। ਪਾਣੀ ਆਪਾਂ ਨੂੰ ਬਚਾਉਣਾ ਵੀ ਚਾਹੀਦਾ ਹੈ। ਕਈ ਵਾਰੀ ਜ਼ਿਆਦਾ ਪਾਣੀ ਵੀ ਲੱਗ ਜਾਂਦੇ ਨੇ ਜਦੋਂ ਆਪਾਂ ਖੁੱਲ੍ਹੇ ਚਲਾਉਂਦੇ ਹਾਂ ਤਾਂ ਉਹਦੀ ਵੀ, ਕਿਉਂਕਿ ਆਪਣੇ ਦੇ ਉੱਤੇ ਤਾਂ ਆਪਾਂ ਸ਼ੀਟ ਪਾ ਦੀ ਨਾ, ਹੁਣ ਆਪਾਂ ਦੇਖਾਂਗੇ ਕਿਵੇਂ ਕਿ ਵੱਟਾਂ ਦੇ ਉੱਪਰ ਪਾਣੀ ਕਿੰਨਾ ਲੱਗ ਗਿਆ ਤੇ ਉਹਦੇ ਵਿੱਚ ਵੀ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈਗਾ। ਪਾਣੀ ਦੀ ਵੀ ਬੱਚਤ ਹੈ ਤੇ ਨਾਲ ਆਪਣੀ ਫਸਲ ਨੂੰ ਜੋ ਆਪਾਂ ਗੱਲ ਕੀਤੀ ਸੀ ਮਲਚਿੰਗ ਦੇ ਨਾਲ, ਉਹ ਵੀ ਆਪਾਂ ਨੂੰ ਵਧੀਆ ਫਾਇਦਾ ਹੋ ਜਾਂਦਾ ਹੈ। ਇਹ ਜਿਹੜੇ ਪੋਲੀ ਹਾਊਸ ਨੇ ਉਹਨਾਂ ਵਿੱਚ ਤਾਂ ਸਪੈਸ਼ਲ ਸੀਡ ਆਉਂਦੇ ਨੇ, ਜਿਹੜੇ ਬਾਹਰ ਵਾਲੀ ਮਧੂਮੱਖੀ ਦੀ ਪੋਲੀਨੇਸ਼ਨ ਤੋਂ ਬਿਨਾਂ ਹੀ ਉਹ ਸਾਰੇ ਫੀਮੇਲ ਬੀਜ ਹੁੰਦੇ ਨੇ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ। ਪਰ ਕਈ ਵਾਰ ਜਦੋਂ ਇੱਕ ਕਿਸਾਨ ਜਿਵੇਂ ਨਵਾਂ ਸ਼ੁਰੂ ਕਰਨ ਲੱਗਦਾ ਤਾਂ ਉਹ ਚਲੋ ਇਹ ਤਾਂ ਸ਼ੁਰੂਆਤੀ ਗੱਲ ਹੈ ਵੀ ਉਹਨੂੰ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਉਹਨੇ ਕਿਹੜੇ ਬੀਜ ਲਾਉਣੇ ਨੇ। ਹੁਣ ਜਿਹੜੀ ਉਹ ਟਨਲ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਆਪਾਂ ਨੂੰ ਪੋਲੀਨੇਸ਼ਨ ਜਿਹੜੀ ਕਰਾਉਣ ਦੇ ਲਈ ਉਹ ਕਿੰਨੀ ਕੁ ਜ਼ਿਆਦਾ ਇੰਪੋਰਟੈਂਟ ਹੈ। ਜੇਕਰ ਉਹ ਸਕਿਪ ਆਊਟ ਹੋ ਜਾਂਦੀ ਤਾਂ ਮਤਲਬ ਫਿਰ ਫਸਲ ਤਾਂ ਕਾਮਯਾਬ ਹੀ ਨਹੀਂ ਹੋ ਸਕਦੀ। ਇਹ ਚੀਜ਼ ਦਾ ਧਿਆਨ ਦੇਣਾ ਹੈ ਪੂਰੀ। ਬਿਲਕੁਲ ਜੀ, ਇਹ ਜਿਹੜੀ ਪੋਲੀਨੇਸ਼ਨ ਦੀ ਗੱਲ ਹੈ ਬਹੁਤ ਇੰਪੋਰਟੈਂਟ ਹੈ। ਕਿਸਾਨ ਵੀਰ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਈ ਵਾਰ ਤਾਂ ਸੋਚਦੇ ਆ ਇਹ ਮੱਖੀਆਂ ਜਿਹੀਆਂ ਉੱਡੀਆਂ ਫਿਰਦੀਆਂ ਹੀ ਆ। ਸੋ ਮੱਖੀਆਂ ਜਿਹੜੀਆਂ ਉਹ ਕੋਈ ਕੁਝ ਲੈ ਕੇ ਨਹੀਂ ਜਾ ਰਹੀਆਂ ਕਿਸਾਨ ਵੀਰ ਦਾ, ਉਹ ਤਾਂ ਫਾਇਦਾ ਹੀ ਹੋਈ ਕਰਕੇ ਜਾਂਦੀਆਂ। ਜੇ ਕਹਿੰਦੇ ਅੱਜ ਮਤਲਬ ਆਪਣੇ ਅਰਥ ਤੋਂ ਜੇ ਮੱਖੀ ਖਤਮ ਹੋ ਜੇ, ਸ਼ਾਇਦ ਮੱਖੀ ਤੇ ਪੋਲੀਨੇਸ਼ਨ ਹੀ ਹੋ ਗਈ ਤੇ ਆਪਾਂ ਨੂੰ ਮਤਲਬ ਭੁੱਖਮਰੀ ਤੋਂ ਵੀ ਮਤਲਬ ਵਾਲੀ ਕੰਡੀਸ਼ਨ ਆ ਜਾਏਗੀ। ਉਹ ਪਰਾਗਣ ਕਿਰਿਆ ਕਰਦੀ ਹੈ। ਪੋਲੀ ਹਾਊਸ ਦੇ ਵਿੱਚ ਤਾਂ ਇੱਕ ਸਪੈਸ਼ਲ ਵੈਰਾਈਟੀਆਂ ਹੁੰਦੀਆਂ ਜਿਹੜੀਆਂ ਉਹੀ ਆਪਾਂ ਨੂੰ ਉਗਾਉਣੀਆਂ ਚਾਹੀਦੀਆਂ। ਕਈ ਵਾਰੀ ਕਿਸਾਨ ਵੀਰ ਆ ਜਾਂਦੇ ਨੇ ਕਿ ਡਾਕਟਰ ਸਾਹਿਬ ਮੈਂ ਨਾ ਜੀ ਪੋਲੀ ਹਾਊਸ 'ਚ ਕਰੇਲਾ ਲਾਇਆ ਸੀਗਾ ਪਰ ਮੇਰੇ 'ਚ ਕਰੇਲਾ ਨਹੀਂ ਲੱਗਿਆ, ਕਿਉਂਕਿ ਜਿਹੜਾ ਪਰਾਗਣ ਹੈ, ਪਰਾਗਣ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਹੜੀਆਂ ਜਾਂ ਉਹਦਾ ਪਰਾਗਣ ਜਿਹੜਾ ਮੱਖੀਆਂ ਦੁਆਰਾ, ਹਵਾ ਦੁਆਰਾ ਹੁੰਦਾ। ਨਾ ਤਾਂ ਪੋਲੀ ਹਾਊਸ ਦੇ ਵਿੱਚ ਮੱਖੀ ਜਾਣੀ ਹੈ ਤੇ ਨਾ ਹੀ ਉਹਦੇ 'ਚ ਹਵਾ ਜਾਣੀ ਹੈ। ਸੋ ਉਹਦੇ ਵਿੱਚ ਜਦੋਂ ਫਲ ਨਹੀਂ ਲੱਗਦੇ ਤਾਂ ਮੈਂ ਕਿਹਾ ਜੀ ਤੁਸੀਂ ਵੈਰਾਈਟੀ ਕਿਹੜੀ ਲਾਈ ਸੀ? ਕਹਿੰਦੇ ਜੀ ਡਾਕਟਰ ਸਾਹਿਬ ਆਹ ਵੈਰਾਈਟੀ ਲਾਈ ਸੀ, ਆਹ ਫਸਲ ਲਾਈ ਸੀ। ਪੋਲੀ ਹਾਊਸ ਦੇ ਵਿੱਚ ਜਿਹੜੀ ਹੈ ਉਹ ਸਵੈ ਪਰਾਗਣ, ਮਤਲਬ ਉਹ ਖੁਦ ਹੀ ਉਹਨੂੰ ਪਰਾਗਣ ਦੀ ਲੋੜ ਨਹੀਂ ਪੈਂਦੀ, ਉਹ ਵੈਰਾਈਟੀਆਂ ਲੱਗਦੀਆਂ। ਉਸ ਨੂੰ ਅਸੀਂ ਇੰਗਲਿਸ਼ ਟਰਮ 'ਚ ਪਾਰਥੈਨੋਕਾਰਪਿਕ ਵੈਰਾਈਟੀਆਂ ਵੀ ਕਹਿ ਦਿੰਦੇ ਹਾਂ। ਉਹ 'ਚ ਜਿਹੜਾ ਮਾਦਾ ਹੀ ਫੁੱਲ ਆਉਣਗੇ, ਜੋ ਮਤਲਬ ਉਸ 'ਤੇ ਨਰ ਫੁੱਲ ਨਹੀਂ ਆਉਣਗੇ, ਕਿਉਂਕਿ ਨਰ ਫੁੱਲ ਦੀ ਆਪਾਂ ਨੂੰ ਲੋੜ ਨਹੀਂ, ਕਿਉਂਕਿ ਨਰ ਤੋਂ ਆਪਾਂ ਨੂੰ ਪਰਾਗਣ ਦੀ ਆਪਾਂ ਨੂੰ ਲੋੜ ਨਹੀਂ ਹੈ। ਸੋ ਪੋਲੀ ਹਾਊਸ ਦੇ ਵਿੱਚ ਕਿਸਾਨ ਵੀਰ ਨੂੰ ਇਹ ਧਿਆਨ ਦੇਣ ਦੀ ਲੋੜ ਹੈ। ਲੇਕਿਨ ਜਿਹੜੀ ਆਪਾਂ ਸੁਰੰਗਾਂ ਵਿੱਚ ਖੇਤੀ ਦੀ ਗੱਲ ਕਰੀਏ, ਇਹ ਆਪਾਂ ਕੋਈ ਵੈਰਾਈਟੀਆਂ ਵਾਲੇ ਤੋਂ ਨਹੀਂ ਆਪਾਂ ਨੂੰ ਇਸ ਦੀ ਜ਼ਿਆਦਾ ਲੋੜ ਆਪਾਂ ਨੂੰ। ਇਹ ਤਾਂ ਆਪਾਂ ਉਸ ਦਾ ਜਿਹੜਾ ਟਾਈਮ ਹੈ ਉਹ ਆਪਾਂ ਨੂੰ ਬਚਾਇਆ, ਆਪਾਂ ਨੂੰ ਅਗੇਤੀ ਕਰ ਲਈ ਹੈ। ਕਹਿਣ ਦਾ ਮਤਲਬ ਕੀ ਕਿ ਆਪਾਂ ਉਸ ਨੂੰ ਪੋਲੀ ਹਾਊਸ ਦੇ ਵਿੱਚ ਲੋਅ ਟਨਲ ਦੇ ਵਿੱਚ ਆਪਾਂ ਨੂੰ ਠੰਡ ਤੋਂ ਅੱਗੇ ਕਰ ਲਿਆ। ਕਿੱਥੇ ਫਾਰਮਰ ਫਰਵਰੀ ਮਾਰਚ 'ਚ ਲਾਏਗਾ ਤੇ ਕਿੱਥੇ ਸਾਡੀ ਫਰਵਰੀ ਮਾਰਚ 'ਚੋਂ ਫੁੱਲਾਂ 'ਤੇ ਤਿਆਰ ਹੋ ਜੂਗੀ। ਜਦੋਂ ਸਾਡਾ ਫਰਵਰੀ ਦਾ ਮਹੀਨਾ ਆ ਜਾਂਦਾ ਤੇ ਉਦੋਂ ਤੱਕ ਆਪਾਂ ਕੀ ਉਹਨੂੰ ਸ਼ੀਡ ਨੂੰ ਚੱਕਣ ਵਾਲੇ ਹੋ ਜਾਂਦੇ ਹਾਂ ਤਾਂ ਫਿਰ ਪਰਾਗਣ ਕਿਰਿਆ ਉਸ ਤੋਂ ਬਾਅਦ ਆਰਾਮ ਨਾਲ ਹੋ ਜਾਂਦੀ ਹੈ। ਜੀ ਤਾਂ ਅਸੀਂ ਗੱਲ ਕੀਤੀ ਵੀ ਸੁਰੱਖਿਅਤ ਖੇਤੀ ਕਿਵੇਂ ਕਰਦੇ ਹਾਂ, ਤਾਂ ਬ੍ਰੇਕ ਤੋਂ ਬਾਅਦ ਇਹਨੂੰ ਜਾਰੀ ਰੱਖਾਂਗੇ। ਤੇ ਆਪਾਂ ਲੈ ਲਈ ਜੀ ਥੋੜ੍ਹੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਨਾਲੇ ਘੁੰਮ ਫਿਰ ਲੈਂਦੇ ਹਾਂ, ਮੌਸਮ ਵੀ ਵਧੀਆ ਜੀ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਤੇ ਗੱਲਬਾਤ ਇੱਦਾਂ ਹੀ ਜਾਰੀ ਰੱਖਾਂਗੇ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ। ਮਿਲਦੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀਗੇ ਡਾਕਟਰ ਨਿਰਮਲ ਜੀ ਉਹਨਾਂ ਨਾਲ ਸੁਰੱਖਿਅਤ ਖੇਤੀ ਦੇ ਬਾਰੇ। ਤੇ ਸੁਰੱਖਿਅਤ ਖੇਤੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਪਹਿਲੀਆਂ 4-5 ਗੱਲਾਂ ਦੇ ਵਿੱਚੋਂ ਇੱਕ ਗੱਲ ਆ ਵੀ ਨੈਚੁਰਲ ਰਿਸੋਰਸ ਜੋ ਕੁਦਰਤੀ ਸੋਮੇ ਨੇ, ਕਿਸਾਨ ਉਹਨਾਂ ਨੂੰ ਕਿਵੇਂ ਬਚਾ ਸਕਦਾ। ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦਾ ਨਾਂ ਹੀ 5 ਦਰਿਆਵਾਂ ਦੀ ਧਰਤੀ ਤੋਂ ਬਣਿਆ, ਜਾਣੀ ਕਿ ਇਹਦਾ ਸਭ ਤੋਂ ਵੱਡਾ ਸੋਮਾ ਇਸ ਦੇ ਦਰਿਆ ਨੇ, ਇਸ ਦਾ ਪਾਣੀ ਹੈ। ਪਰ ਜਦੋਂ ਸਮਾਂ ਹੁਣ ਲੰਘ ਗਿਆ ਤੇ ਪੰਜਾਬ ਆਪਣੇ ਪਾਣੀਆਂ ਦੇ ਖਾਤਰ ਲੜਦਾ ਹੋਇਆ ਜਿਹੜਾ ਜੂਝਦਾ ਹੋਇਆ ਨਜ਼ਰ ਆਉਂਦਾ। ਪਰ ਕਿਸਾਨ ਨੇ ਜਿਹੜੀਆਂ ਵੱਡੀਆਂ ਵੱਡੀਆਂ ਮੋਟਰਾਂ ਲੱਗੀਆਂ ਹੋਈਆਂ ਨੇ, ਮੱਛੀ ਮੋਟਰਾਂ 10-10 ਦੀਆਂ ਵੱਡੀਆਂ ਵੱਡੀਆਂ ਮੋਟਰਾਂ, ਤੇ ਪਾਣੀ ਪੂਰੀ ਤਰ੍ਹਾਂ ਚੂਸ ਲੈਂਦੀਆਂ ਨੇ। ਤੇ ਅੱਜ ਦੇ ਸਮੇਂ ਦੇ ਵਿੱਚ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾਵੇ। ਤਾਂ ਆਹ ਜਿਹੜਾ ਸਿਸਟਮ ਤੁਸੀਂ ਲੱਗਿਆ ਦੇਖ ਰਹੇ ਹੋ, ਇਹ ਅੱਜ ਦੀ ਤਕਨੀਕ ਹੈ, ਪੰਜਾਬ ਨੂੰ ਇਹ ਚੀਜ਼ ਬਚਾ ਸਕਦੀ ਹੈ। ਕਿਉਂਕਿ ਮਣਾ ਮੂੰਹੀ ਪਾਣੀ ਜ਼ਮੀਨ ਦੇ ਵਿੱਚੋਂ ਰੋਜ਼ ਕੱਢੀ ਜਾਣਾ ਤੇ ਉਹ ਕਿਸੇ ਲੇਖੇ ਵੀ ਨਹੀਂ ਲੱਗਦਾ ਤੇ ਬਾਅਦ ਦੇ ਵਿੱਚ ਉਹ ਉੜ ਜਾਂਦਾ ਬੱਦਲ ਬਣ ਕੇ। ਪਰ ਜਦੋਂ ਜਿਹੜੀ ਡ੍ਰਿਪ ਇਰੀਗੇਸ਼ਨ ਹੈ ਉਹਦੇ ਨਾਲ ਇੱਕ ਤਾਂ ਪੰਜਾਬ ਦਾ ਪਾਣੀ ਬਚਦਾ ਤੇ ਦੂਜਾ ਸਭ ਤੋਂ ਵੱਡੀ ਗੱਲ ਇਹ ਆ ਕਿ ਫਸਲਾਂ ਨੂੰ ਜਿੰਨੀ ਮਾਤਰਾ 'ਚ ਲੋੜ ਆ ਉਨਾ ਪਾਣੀ ਮਿਲਦਾ।
ਸੋ ਡ੍ਰਿਪ ਇਰੀਗੇਸ਼ਨ ਜੇਕਰ ਬਦਲਦੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਈ ਇੱਕ ਵਰਦਾਨ ਹੈ, ਪਰ ਕਿਸਾਨਾਂ ਨੂੰ ਇਹ ਗੱਲ ਹਜੇ ਸਮਝਾਉਣ ਦੇ ਵਿੱਚ ਭਾਵੇਂ ਉਹ ਸਰਕਾਰੀ ਸੰਸਥਾਵਾਂ ਨੂੰ ਦਿੱਕਤ ਆ ਰਹੀ ਹੈ, ਤੇ ਪਰ ਵੱਡੀ ਗੱਲ ਹੈ ਕਈ ਵਾਰ ਨਾ ਕਿਸਾਨ ਇਹ ਨਵੀਆਂ ਤਕਨੀਕਾਂ ਤੋਂ ਚੱਲਦੇ ਹੋਏ ਨਜ਼ਰ ਆਉਂਦੇ ਨੇ। ਭਾਵੇਂ ਜਿਵੇਂ ਡਾਕਟਰ ਨਿਰਮਲ ਜੀ ਨੇ ਆਪਣੇ ਗੱਲਬਾਤ ਦੇ ਵਿੱਚ ਸੁਰੱਖਿਅਤ ਖੇਤੀ ਦੀ ਗੱਲ ਕੀਤੀ ਕਿ ਪੋਲੀ ਹਾਊਸ, ਲੋ ਟਰਨਲ ਖੇਤੀ, ਪਰ ਇਹ ਜਿਹੜੀ ਡ੍ਰਿਪ ਇਰੀਗੇਸ਼ਨ, ਪਰ ਕਿਸਾਨ ਜਾਣਦੇ ਹੋਣ ਦੇ ਬਾਵਜੂਦ ਵੀ ਇਹ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਤਿਆਰ ਨਹੀਂ। ਪਤਾ ਨਹੀਂ, ਖੈਰ ਉਹਨਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਜਾਂ ਫਿਰ ਸਾਡਾ ਸਿਸਟਮ ਹੀ ਇਹੋ ਜਿਹਾ ਕਿ ਅਸੀਂ ਉਹ ਚੀਜ਼ਾਂ ਕਿਸਾਨ ਤੱਕ ਪਹੁੰਚਾਉਣ ਦੇ ਲਈ ਇੰਨਾ ਔਖਾ ਕਰ ਦਿੱਤਾ ਕਿ ਕਿਸਾਨ ਇਹ ਤੋਂ ਟਾਲ ਹੀ ਵੱਟਦਾ। ਸੋ ਇਹ ਪੂਰੇ ਮਸਲੇ ਨਾਲ ਆਪਾਂ ਨਿਰਮਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ। ਨਿਰਮਲ ਜੀ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਦੋ ਤਕਨੀਕਾਂ ਤੇ ਜਿਵੇਂ ਆਪਾਂ ਸੁਰੱਖਿਅਤ ਖੇਤੀ ਦੀ ਗੱਲ ਕਰਦੇ ਸੀ, ਉਹਦੇ ਵਿੱਚ ਦੋ ਚੀਜ਼ਾਂ ਆਪਾਂ ਨੇ, ਇੱਕ ਟਰਨਲ ਲੋ ਟਰਨਲ ਜਿਹੜੀ ਫਾਰਮਿੰਗ ਹੈ, ਤੇ ਇੱਕ ਪੋਲੀ ਹਾਊਸ ਦੀ। ਪਰ ਇਹ ਸਮੇਂ ਹੈ ਵੀ ਇੱਕ ਤਾਂ ਪੋਲੀ ਹਾਊਸ ਅੱਜ ਦੇ ਸਮੇਂ ਦੇ ਵਿੱਚ ਨਾ ਲਿਮਟਿਡ ਥੋੜ੍ਹੇ ਜਿਹੇ ਕਿਸਾਨਾਂ ਕੋਲ ਰਹਿ ਗਿਆ। ਬਹੁਤੇ ਕਿਸਾਨ ਤਾਂ ਇਹਨੂੰ ਪਤਾ ਨਹੀਂ ਘੱਟ ਦਾ ਸੌਦਾ ਹੀ ਮੰਨਦੇ ਨੇ, ਜਾਂ ਫਿਰ ਉਹਨੂੰ ਲੱਗਦਾ ਵੀ ਇਹ ਕਾਮਯਾਬ ਹੀ ਨਹੀਂ ਹੈਗਾ। ਯਾਨੀ ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਆ ਤਾਂ ਜੇ ਇੱਕ ਨੇ ਲਾ ਲਈ ਨਾ ਤਾਂ ਦੂਜੇ ਕਹਿੰਦੇ ਇਹਨੇ ਪੰਗਾ ਜਿਹਾ ਕੀ ਲੈ ਲਿਆ, ਇਹ ਤਾਂ ਕਾਮਯਾਬੀ ਨਹੀਂ ਹੈਗੀ। ਯਾਨੀ ਕ੍ਰਿਟਿਸਿਜ਼ਮ ਸ਼ੁਰੂ ਹੋਣਾ ਪਹਿਲਾਂ ਹੋ ਜਾਂਦਾ, ਤੇ ਬਹੁਤੇ ਕਿਸਾਨ, ਬਹੁ ਗਿਣਤੀ ਨੇ ਇਹ ਨਵੀਂ ਤਕਨੋਲੋਜੀ ਤੋਂ ਆ ਜਿਹੜੇ ਨਵੇਂ ਬਦਲਾਅ ਨੇ ਉਹਨਾਂ ਤੋਂ ਪਾਸਾ ਵੱਟਦੇ ਜਾ ਰਹੇ ਨੇ। ਇਹਦੀ ਵਜ੍ਹਾ ਕੀ ਮੰਨ ਸਕਦੇ ਆ? ਇੱਕ ਤਾਂ ਜਿਵੇਂ ਤੁਸੀਂ ਬਿਲਕੁਲ ਗੱਲ ਕੀਤੀ ਹੈਗੀ ਆ ਕਿ ਇੱਕ ਫਾਰਮਰ ਕੋਈ ਨਵੀਂ ਟੈਕਨੋਲੋਜੀ ਲਾ ਲੈਂਦਾ ਤਾਂ ਦੂਜਾ ਕਹਿੰਦਾ ਯਾਰ ਇਹਨੇ ਪਤਾ ਨਹੀਂ ਕੀ ਯਾਰ ਪੁੱਠਾ ਜਿਹਾ ਪੰਗਾ ਕਰ ਲਿਆ। ਇਹ ਵੈਸੇ ਨੈਚੁਰਲੀ ਸਾਡੇ ਇਹ ਨਾ ਸਾਡੇ ਜਿਹੜੀਆਂ ਨੈਗੇਟਿਵ ਰੇਜ਼ ਆ ਉਹ ਪਹਿਲਾਂ ਕੰਮ ਕਰਦੀਆਂ, ਤੇ ਫਾਰਮਰ ਵੀ ਜਿਵੇਂ ਤੁਸੀਂ ਵੀ ਕਈ ਵਾਰੀ ਗੱਲ ਕਰਦੇ ਹੁੰਦੇ ਪ੍ਰੋਗਰਾਮਾਂ 'ਚ, ਜੇ ਕੋਈ 10 ਫਾਰਮਰ ਨੇ ਕੋਈ ਨਵੀਂ ਟੈਕਨੋਲੋਜੀ ਲਾਈ ਹੈ ਤਾਂ ਉਹ ਤੁਹਾਨੂੰ ਉਹ ਜ਼ਿਕਰ ਕਰਨਗੇ 5 ਫਾਰਮਰ ਜਿਨ੍ਹਾਂ ਤੋਂ ਕੰਮ ਨਹੀਂ ਚੱਲਿਆ। ਤੇ ਜਦੋਂ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਜੀ ਜਿਹੜੇ 5 ਨੇ ਚਲਾਏ ਤੁਸੀਂ ਉਹਨਾਂ ਕੋਲ ਗਏ, ਕਹਿੰਦੇ ਨਹੀਂ ਅਸੀਂ ਉਹਨਾਂ ਕੋਲ ਤਾਂ ਨਹੀਂ ਗਏ, ਕਾਮਯਾਬ ਹੋ ਰਿਹਾ ਕਿਸਾਨ। ਹਾਂ, ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਇਸ ਤੋਂ ਕਿਉਂ ਭੱਜ ਰਹੇ ਆ ਜਾਂ ਉਹ ਕਾਮਯਾਬ ਨਹੀਂ ਹੋ ਰਹੇ ਆ, ਆਪਾਂ ਉਹੀ ਗੱਲਾਂ ਕਰਾਂਗੇ ਅੱਜ ਆਪਾਂ। ਉਹਦੇ ਵਿੱਚ ਦੇਖੋ ਹਰ ਇੱਕ ਚੀਜ਼ ਦਾ ਫੇਲ ਹੋਣ ਦੇ, ਜੇ ਤਾਂ ਆਪਾਂ ਇੱਦਾਂ ਹੀ ਗੀਤ ਗਾਈਏ ਕਾਮਯਾਬ ਨਹੀਂ ਹੋਏ, ਮੈਂ ਵੀ ਗੀਤ ਗਾਈ ਜਾਵਾਂ, ਤੁਸੀਂ ਵੀ ਇਹ ਗੱਲਾਂ ਕਹੀ ਜਾਓ, ਕਿਸਾਨ ਵੀ ਕਹੀ ਜਾਵੇ, ਆਪਾਂ ਉਹਦੇ ਕਾਰਨ ਫੜੀਏ। ਹਰ ਚੀਜ਼ ਦਾ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਹੈ, ਕਾਰਨ ਫੜ ਕੇ ਤਾਂ ਉਹਦਾ ਹੱਲ ਵੀ ਹੁੰਦਾ ਹੈਗਾ। ਇਹਦੇ 'ਚ ਦਿੱਕਤ ਕੀ ਹੁੰਦੀ ਆ, ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ, ਕੋਈ ਪੰਜਾਬ ਸਰਕਾਰ, ਭਾਰਤ ਸਰਕਾਰ ਕੋਈ ਤਕਨੀਕ ਦਿੰਦੀ ਹੈ, ਤਾਂ ਕਈ ਵਾਰੀ ਕੀ ਹੁੰਦਾ, ਟਾਰਗੇਟ ਵੀ ਹੁੰਦੇ ਨੇ ਕਿ ਆਹ ਚੀਜ਼ ਹੈ ਜੀ ਨਵੀਂ ਆਈ ਆ, ਇਹ ਇਜ਼ਰਾਈਲ ਤੋਂ ਤਕਨੀਕ ਆਈ ਆ, ਇਹ US ਤੋਂ ਤਕਨੀਕ ਆਈ ਆ, ਪਾਣੀ ਵਿੱਚ ਬਚਾਉਂਦੀ ਹੈ, ਬਿਲਕੁਲ ਬਚਾਉਂਦੀ ਹੈ। ਪਰ ਜੇ ਆਪਾਂ ਉਹਨੂੰ ਕਿਸਾਨ ਵੀਰ ਨੂੰ ਬਿਨਾਂ ਟ੍ਰੇਨਿੰਗ ਤੋਂ ਕਹਿ ਦਾਂਗੇ ਤੂੰ ਆ ਲਾ ਤਾਂ ਕਿਸਾਨ ਵੀਰ ਨੂੰ ਉਹਦੀ ਦਿੱਕਤ ਆਏਗੀ, ਕਿਉਂਕਿ ਜਿਹੜੀ ਪੁਰਾਣੀ ਖੇਤੀਆਂ ਉਹ ਕਿਸਾਨ ਵੀਰ ਨੂੰ ਮਾਰਤਾ, ਪਿਓ ਦਾਦੇ ਉਗਾ ਰਹੇ ਨੇ, ਉਹਨੂੰ ਮਾਰਤ ਹੋਈ ਪਈ ਹੈ। ਇਹਦੇ ਵਿੱਚ ਮੈਂ ਜੋ ਚੀਜ਼ ਦੇਖੀ ਕਿ ਇਹਦੇ ਵਿੱਚ ਕਿਸਾਨ ਵੀਰ ਨੂੰ ਥੋੜ੍ਹੀ ਜਿਹੀ ਟ੍ਰੇਨਿੰਗ ਦੀ ਲੋੜ ਹੈ। ਜੇ ਟ੍ਰੇਨਿੰਗਾਂ ਦੇ ਲਈ ਜਿਵੇਂ ਕ੍ਰਿਸ਼ੀ ਵਿਗਿਆਨ ਕੇਂਦਰ, ਯੂਨੀਵਰਸਿਟੀ ਵੀ ਹੈਗੀ ਹੈ, ਮੈਂ ਤਾਂ ਇੱਕ ਸੁਝਾਅ ਵੀ ਹੈ ਮੇਰਾ ਕਿ ਜਿਹੜੀਆਂ ਇਹ ਨਵੀਆਂ ਤਕਨੀਕਸ ਹੈ, ਜਦੋਂ ਆਪਾਂ ਫਾਰਮਰ ਨੂੰ ਲਵਾਉਣੀਆਂ ਤਾਂ ਫਾਰਮਰ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ, ਵੀ ਉਹਨੂੰ ਲੱਗਦਾ ਚਲੋ ਵਧੀਆ ਚੀਜ਼ ਹੈ ਜੀ ਮੈਂ ਲਾਵਾਂ। ਉਹਨੂੰ ਜਿਹੜਾ ਬੰਦਾ ਉਹਨੂੰ ਅਫਸਰ ਲਵਾ ਰਿਹਾ, ਜਿਹੜੀ ਉਹਨੂੰ ਜਥੇਬੰਦੀ ਲਵਾ ਰਹੀ ਹੈ, ਕੋਈ ਮਹਿਕਮਾ ਲਵਾ ਰਿਹਾ, ਉਹ ਫਾਰਮਰ ਦਾ ਲੈਵਲ ਖੁਦ ਵੀ ਆਇਡੈਂਟੀਫਾਈ ਕਰੇ ਕਿ ਕਿਸਾਨ ਨੂੰ ਉਹਦਾ ਕਿੰਨਾ ਉਹਨੂੰ ਨੌਲੇਜ ਹੈਗਾ। ਨਹੀਂ ਤਾਂ ਉਸ ਨੂੰ ਇੱਕ ਸੁਜੈਸਟ ਕਰੇ ਕਿ ਉਸ ਦੀ ਤੁਸੀਂ ਜੋ ਹੈ ਇੱਥੇ ਜਾ ਕੇ ਟ੍ਰੇਨਿੰਗ ਲਗਾਓ। ਟ੍ਰੇਨਿੰਗ ਲਗਾਉਣ ਦੇ ਨਾਲ ਬਹੁਤ ਸਾਰਾ ਆਪਣਾ ਇਸ ਚੀਜ਼ ਦਾ ਹੱਲ ਹੋ ਜਾਂਦਾ ਹੈ। ਟ੍ਰੇਨਿੰਗ ਲਾਓ, ਹੁਣ ਕਿਸਾਨ ਤਾਂ ਕਹਿੰਦਾ ਮੇਰੇ ਕੋਲ ਤਾਂ ਸਿਰ ਖੁਰਕਣ ਦਾ ਵੇਲ ਨਹੀਂ ਹੈਗਾ। ਦੇਖੋ ਜੀ ਇਹ ਤਾਂ ਟ੍ਰੇਨਿੰਗ ਆ ਤਾਂ ਤੁਸੀਂ ਦੇਖੋ KVK ਦੇ ਵਿੱਚ ਤੁਸੀਂ ਲੱਗੇ ਹੋਏ ਹੋ, ਕੰਮ ਕਰਦੇ ਹੋ, ਤਾਂ ਤੁਹਾਡਾ ਅੰਦਾਜ਼ਾ ਤਜਰਬਾ ਕੀ ਕਹਿੰਦਾ ਵੀ ਕਿੰਨੇ ਕਿਸਾਨ ਜਿਹੜੇ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ, ਗਿਣਤੀ ਦੇ ਕੀ ਕਿਸਾਨ ਹੋਣਗੇ? ਮੈਨੂੰ ਤਾਂ ਲੱਗਦਾ ਦੇਖੋ ਜੀ ਇਹ ਨਾ ਇਕੱਲੇ KVK ਦੀ ਗੱਲ ਨਹੀਂ, ਆਪਾਂ ਕਿਤੇ ਵੀ ਗੱਲ ਕਰੀਏ ਤਾਂ ਇਹ ਥੋੜ੍ਹੇ ਹੀ ਕਿਸਾਨ ਹੁੰਦੇ ਨੇ ਜਾਂ ਥੋੜ੍ਹੇ ਹੀ ਬੰਦੇ ਹੁੰਦੇ ਨੇ ਜਿਹੜੇ ਕਿ ਮਤਲਬ ਪ੍ਰੋਪਰ ਚੀਜ਼ ਨੂੰ ਸਮਝਦੇ ਆ। ਦੇਖੋ ਜੋ ਸਮਝ ਰਹੇ ਆ, ਜੋ ਇਸ ਗੱਲ ਨੂੰ ਸਮਝ ਰਹੇ ਆ, ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੈਗੇ ਆ, ਪੂਰੀ ਪਲੈਨਿੰਗ ਬਣਾ ਕੇ ਕੰਮ ਕਰਦੇ ਆ, ਉਹ ਤਾਂ ਕਾਮਯਾਬ ਹੋ ਰਹੇ ਆ। ਜਿਹੜੇ ਕਿਸਾਨ ਵੀਰ, ਜਿਵੇਂ ਮੈਂ 2-3 ਪ੍ਰੋਬਲਮਾਂ ਦੱਸੀਆਂ ਤੁਹਾਨੂੰ ਕਿ ਉਹਨਾਂ ਨੂੰ ਉਹਦੀ ਤਕਨੀਕ ਦਾ ਹੀ ਨਹੀਂ ਪਤਾ ਹੁੰਦਾ ਵਿਚਾਰਿਆਂ ਨੂੰ, ਤਾਂ ਉਹ ਫਿਰ ਕਿਤੇ ਨਾ ਕਿਤੇ ਆ ਕੇ ਉਹ ਖਾ ਜਾਂਦੇ ਹੈਗੇ ਆ। ਤਾਂ ਟ੍ਰੇਨਿੰਗ ਲੈਣਾ ਜਿਹੜੀ ਇਹ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਕੀ ਪੁਆਇੰਟਸ ਨੇ, ਕਿੱਥੇ ਕਿਸਾਨ ਗੜਬੜ ਕਰ ਜਾਂਦੇ ਜਾਂ ਉਹਨਾਂ ਤੋਂ ਹੋ ਜਾਂਦੀ ਹੈਗੀ ਆ, ਉਹ ਆਪਾਂ ਇਕੱਲੇ ਪੁਆਇੰਟ ਜਿਹੜੇ ਇੱਕ ਮਿੰਟ 'ਚ ਮੈਂ ਤੁਹਾਨੂੰ ਸਾਰੇ ਦੱਸ ਦੂੰਗਾ। ਤੇ ਇਹ ਵੀ ਜ਼ਰੂਰ ਦੱਸ ਦਿਓ ਕਿ ਜਿਹੜੀ ਹੁਣ ਆਪਣੀ ਲੋ ਟਰਨਲ ਹੈ, ਜੇ ਮੰਨ ਲਾ ਹੁਣ ਆਪਣਾ ਪ੍ਰੋਗਰਾਮ ਕੋਈ ਦੇ ਕੇ ਕਿਸਾਨ ਚਾਹੁੰਦਾ ਵੀ ਮੈਂ ਵੀ ਆਹ ਕਰਕੇ ਦੇਖਾਂ, ਨਵੀਂ ਤਕਨੀਕ ਬਣਾ ਕੇ ਦੇਖਾਂ, ਤਾਂ ਉਹਨੂੰ ਕਿਹੜੀ ਜ਼ਰੂਰੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਤੇ ਕਿੰਨਾ ਕੁ ਮਹਿੰਗਾ ਪੈ ਜਾਂਦਾ ਕੰਮ? ਕਈ ਵਾਰ ਅਗਲਾ ਕਹਿੰਦਾ ਜੀ ਸਾਨੂੰ ਤਾਂ ਸਮਾਨ ਹੀ ਨਹੀਂ ਮਿਲਿਆ, ਹੈ ਨਾ, ਵੀ ਆਹ ਚੀਜ਼ਾਂ ਦਾ ਵੀ ਜ਼ਰੂਰ ਆਪਾਂ ਰੈਫਰੈਂਸ ਮੈਨੂੰ ਲੱਗਦਾ ਵੀ ਜ਼ਰੂਰ ਆਪਾਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਕਈ ਵੀ ਕਿ ਜਿਵੇਂ ਤੁਸੀਂ ਲਵਾਉਂਦੇ ਹੋ ਤਾਂ ਕਈ ਕਿਸਾਨਾਂ ਨੇ ਲਾਇਆ ਹੋਇਆ, ਉਹਨਾਂ ਦੀ ਰੈਫਰੈਂਸ ਤੁਸੀਂ ਜ਼ਰੂਰ ਦਿਓ ਤੇ ਕਿੱਥੋਂ ਕੁ ਉਹ ਲੈ ਸਕਦੇ ਨੇ, ਕਿਉਂਕਿ ਕਈ ਵਾਰ ਹੁੰਦਾ ਬੰਦਾ ਮਨ ਵੀ ਹੁੰਦਾ ਪਰ ਉਹ ਚੀਜ਼ ਲੱਭਦੀ ਨਹੀਂ ਹੈਗੀ, ਅਗਲਾ ਕਹਿੰਦਾ ਕਿੱਥੋਂ ਲਈਏ। ਇਹ ਚੀਜ਼ ਵੀ ਜ਼ਰੂਰੀ ਹੈ, ਤੇ ਜਿਹੜੀ ਤੁਸੀਂ ਪੁਆਇੰਟ ਦੱਸੇ ਨੇ ਉਹ ਪਹਿਲਾਂ ਗੱਲ ਕਰ ਲੈਣ ਤੇ ਨਾਲ ਆਹ ਵੀ ਵਿੱਚ ਜ਼ਰੂਰ ਦੱਸਿਓ।
ਕਰਨ ਜੀ ਜਿਵੇਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਕਿੰਨਾ ਕੁ ਖਰਚਾ ਹੁੰਦਾ ਤੇ ਉਸ ਤੋਂ ਲੋਅ ਟਨਲ ਤੋਂ ਕਿੰਨਾ ਕੁ ਫਾਇਦਾ ਹੁੰਦਾ, ਜਿਵੇਂ ਕਿ ਤੁਸੀਂ ਆਪ ਵੀ ਖੇਤੀ ਕਰਦੇ ਹੋ, ਜੇ ਮੈਂ ਤੁਹਾਨੂੰ ਇਹ ਟੈਕਨੋਲੋਜੀ ਦੱਸ ਦੇਵਾਂ ਤੇ ਤੁਸੀਂ ਕਹੋਗੇ ਯਾਰ ਇਹ ਟੈਕਨੋਲੋਜੀ ਤਾਂ ਕੁਝ ਵੀ ਨਹੀਂ, ਤੁਸੀਂ ਇਹ ਕਹਿਣਾ ਕਿ ਇਹ ਤਕਨੀਕ ਤਾਂ ਵਾਲਾ ਮੈਂ ਵਰਤੂੰਗਾ, ਕਿਸਾਨ ਜਦੋਂ ਵਰਤਣਗੇ ਤਾਂ ਦੇਖੀ ਜਾਊਗੀ। ਇਹ ਜੀ 2 ਤੋਂ 3 ਹਜ਼ਾਰ ਰੁਪਇਆ ਕਿੱਲੇ ਤੋਂ ਵੀ ਜ਼ਿਆਦਾ ਖਰਚਾ ਨਹੀਂ ਇਸ ਦਾ। ਜਿਹੜੀ ਚਿੱਟੀ ਸ਼ੀਟ ਹੁੰਦੀ ਆ ਆਪਣੇ ਤੇ ਟਰਾਂਸਪੇਰੈਂਟ ਸ਼ੀਟ ਹੁੰਦੀ ਹੈ 50 ਮਾਈਕਰੋਨ ਦੀ ਹੁੰਦੀ ਹੈ, ਇਹ ਆਪਾਂ ਆਮ ਹੀ ਜਿੱਥੋਂ ਆਪਾਂ ਖੇਤੀਬਾੜੀ ਦੇ ਕੋਈ ਸਮਾਨ ਲੈਂਦੇ ਆਪਾਂ, ਬੀਜ ਲੈਂਦੇ ਉਹਨਾਂ ਕੋਲ ਮਿਲ ਜਾਂਦੀ ਹੈਗੀ ਆ। ਤੇ ਇੱਕ ਬਸ ਆਪਣੇ ਪਤਲੀ ਤਾਰ ਹੁੰਦੀ ਹੈਗੀ ਲੋਹੇ ਦੀ, ਉਹ ਆਪਾਂ ਪਾ ਦਿੰਦੇ ਆ, ਕੋਈ ਸੰਭਾਲਣੀ ਔਖੀ ਨਹੀਂ ਹੈ। ਜਦੋਂ ਆਪਣਾ ਫਰਵਰੀ ਦੇ ਵਿੱਚ ਆਪਣਾ ਕੰਪਲੀਟ ਹੋ ਜਾਂਦੀ ਪ੍ਰੋਸੈਸ, ਆਪਾਂ ਲਾ ਕੇ ਰੱਖ ਦੇਣੀ ਹੈ। ਹੁਣ ਗੱਲ ਕਰੀਏ ਰੇਟ ਨਾਲੇ ਦੀ, ਪਹਿਲਾਂ ਇਹ ਦੱਸਤਾ ਵੀ 2-3 ਹਜ਼ਾਰ ਤੋਂ ਵੱਧ ਖਰਚਾ ਨਹੀਂ। ਹੁਣ ਤੁਸੀਂ ਇਹ ਦੇਖੋ ਕੋਈ ਵੀ ਕੱਦੂ ਜਾਤੀ ਦੀ ਗੱਲ ਕਰੀਏ ਆਪਾਂ ਫਸਲ ਦੀ, ਚਾਹੇ ਆਪਾਂ ਖਰਬੂਜੇ ਦੀ ਗੱਲ ਕਰੀਏ, ਚਾਹੇ ਆਪਾਂ ਖੀਰੇ ਦੀ ਗੱਲ ਕਰੀਏ, ਚਾਹੇ ਆਪਾਂ ਚੱਪਣ ਕੱਦੂ ਦੀ ਗੱਲ ਕਰੀਏ, ਚਾਹੇ ਆਪਾਂ ਯਕੀਨੀ ਦੀ ਗੱਲ ਕਰੀਏ, ਇਹਨਾਂ ਦੀ ਰੇਟ ਆ ਜੀ 15 ਦਿਨਾਂ ਦੇ ਵਿੱਚ ਹੀ ਫਰਕ ਬਹੁਤ ਪੈ ਜਾਂਦਾ। 15 ਦਿਨ ਕੀ ਮੈਂ ਕਹਿੰਦਾ ਹਫ਼ਤੇ 'ਚ ਪੈ ਜਾਂਦਾ। ਜਦੋਂ ਸਭ ਤੋਂ ਪਹਿਲਾਂ ਇਹ ਸ਼ੁਰੂ 'ਚ ਆਉਂਦੇ ਨਾ ਜੀ, ਤਾਂ ਚੱਪਣ ਕੱਦੂ 120 ਰੁਪਏ ਕਿਲੋ ਹੁੰਦੇ ਆ। ਹਫ਼ਤੇ 10 ਦਿਨਾਂ ਤੋਂ ਮੈਂ ਪੁੱਛਦਾ ਫਾਰਮਰ ਨੂੰ, ਜਾਂ 15 ਦਿਨਾਂ ਤੋਂ ਬਾਅਦ ਜਦੋਂ ਓਪਨ ਵਾਲੇ ਆਉਣ ਲੱਗ ਜਾਂਦੇ ਆ ਖੁੱਲ੍ਹੇ 'ਚ, ਹੁਣ ਕੀ ਰੇਟ ਆ? ਕਹਿੰਦੇ ਡਾਕਟਰ ਸਾਹਿਬ ਤਾਂ 7 ਰੁਪਏ ਹੋ ਗਏ। ਫਿਰ ਹਫ਼ਤੇ ਨੂੰ ਪੁੱਛਦਾ ਹੁਣ ਕੀ ਰੇਟ ਹੋ ਗਏ? ਕਹਿੰਦੇ ਡਾਕਟਰ ਸਾਹਿਬ ਤਾਂ ਵਾਵਾਂਗੇ। ਮੈਂ ਕਿਹਾ ਕਿਉਂ? ਕਹਿੰਦੇ ਹੁਣ ਤਾਂ 2-3 ਰੁਪਏ ਕਿਲੋ ਹੋ ਗਏ। ਤੁਸੀਂ ਖੁਦ ਦੇਖੋ 3 ਰੁਪਏ ਤੋਂ ਲੈ ਕੇ 100 ਰੁਪਏ ਰੇਟ ਹੈ, ਤੇ ਤੁਸੀਂ ਦੱਸੋ ਵੀ ਉਹ 2-3 ਹਜ਼ਾਰ ਏਕੜ ਦੇ ਮਗਰ ਕਿੱਥੇ ਕੁਝ ਵੀ ਨਹੀਂ 2-3 ਹਜ਼ਾਰ ਰੁਪਈਆ ਦਾ। ਸੋ ਖਰਚਾ ਨਹੀਂ ਹੈ ਜ਼ਿਆਦਾ ਇਸ ਦਾ। ਬਸ ਗੱਲ ਹੈ ਕਿ ਥੋੜ੍ਹਾ ਜਿਹਾ ਇਸ ਦਾ ਜੋ ਹੈ ਤਕਨੀਕ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਤੇ ਬਾਕੀ ਨਵੀਂ ਚੀਜ਼ ਨੂੰ ਥੋੜ੍ਹਾ ਜਿਹਾ ਫਾਰਮਰ ਨੂੰ ਅਡੋਪਟ ਕਰਨਾ ਥੋੜ੍ਹਾ ਔਖਾ ਲੱਗਦਾ ਹੈ। ਕਿਸੇ ਕਿਸਾਨ ਵੀਰ ਨੇ ਲਾਈ ਹੈ, ਸਾਡੇ ਤੋਂ ਵੀ ਨੌਲੇਜ ਲਓ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਯੂਨੀਵਰਸਿਟੀ ਆ ਕੇ ਜਦੋਂ ਮਰਜੀ, ਤੇ ਕਿਸੇ ਕਿਸਾਨ ਵੀਰ ਨੇ ਲਾਈ ਹੈ ਉਹਦੇ ਨਾਲ ਵੀ ਥੋੜ੍ਹਾ ਜਿਹਾ ਕਿਸਾਨ ਵੀਰ ਨੂੰ ਡਿਸਕਸ ਕਰ ਲਏ, ਉਹਦੇ ਨਾਲ ਕਿਸਾਨ ਵੀਰ ਜ਼ਿਆਦਾ ਮੋਟੀਵੇਟ ਹੁੰਦੇ ਜਦੋਂ ਕਿਸੇ ਕਿਸਾਨ ਵੀਰ ਨੇ ਲਾਈ ਹੁੰਦੀ ਹੈ। ਇਹ ਤਾਂ ਚਲੋ ਜੀ ਆਪਾਂ ਨੇ ਜਿਹੜੀ ਲੋ ਟਰਨਲ ਤੁਸੀਂ ਗੱਲ ਕੀਤੀ ਹੈ, ਤੇ ਬਾਕੀ ਕਿਸਾਨਾਂ ਦੇ ਤਜਰਬੇ ਜਿਹੜੇ ਤੁਸੀਂ ਮਿਲਦੇ ਉਹਨਾਂ ਨਾਲ ਗੱਲ ਕੀਤੀ, ਤੇ ਨਾਲ ਆਪਾਂ ਦੇਖੋ ਪੋਲੀ ਹਾਊਸ, ਆਪਾਂ ਜਿਹੜੇ ਫਾਰਮ ਤੇ ਖੜੇ ਹਾਂ, ਪੋਲੀ ਹਾਊਸ ਦੇ ਅੰਦਰ ਬਿਜਾਈ ਦਾ ਸਿਲਸਿਲਾ ਜਿਹੜਾ ਚੱਲ ਰਿਹਾ, ਖੇਤ ਅੰਦਰੋਂ ਤਿਆਰ ਹੋ ਰਿਹਾ, ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਮੈਨੇਜ ਵੀ ਇਹ ਕੀਤਾ ਹੋਇਆ ਕਿਸਾਨ ਵੀਰ ਉਹਨਾਂ ਨੇ। ਪਰ ਇਹ ਗੱਲ ਇਹ ਵੀ ਹੁੰਦੀ ਹੈ ਕਿ ਬਹੁ ਗਿਣਤੀ ਜਿਹੜੇ ਕਿਸਾਨ ਨੇ ਉਹ ਇਹਦੇ ਵਿੱਚ ਮੁਨਾਫਾ ਨਹੀਂ ਕਮਾ ਸਕੇ। ਲਾਇਆ ਤਾਂ ਇਸ ਪੂਰੇ ਉਹਦੇ ਨਾਲ ਅਸੀਂ ਦਿਲੋਂ ਸੀ ਵੀ ਕਿ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਕਰ ਸਕੀਏ, ਕਿਉਂਕਿ ਇੱਕ ਪਲਾਂਘ ਪੁੱਟਣੀ ਅੱਗੇ ਵਧਣਾ ਬੜਾ ਔਖਾ ਹੁੰਦਾ ਨਾ, ਇੰਨਾ ਪੈਸਾ ਲਾਉਣਾ। ਉਹ ਤੋਂ ਬਾਅਦ ਵਿੱਚ ਵੀ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ। ਤਾਂ ਇੱਕ ਆਮ ਜਿਹੜੀ ਹੈਗੀ ਆ ਦਿੱਕਤ ਆਉਂਦੀ ਹੁੰਦੀ ਆ ਉਹ ਮਿੱਟੀ ਨੂੰ ਲੈ ਕੇ, ਵੀ ਕਿਉਂਕਿ ਉਹਦੇ ਧੁੱਪ ਦੀ ਦਿੱਕਤ ਆਉਂਦੀ ਆ ਉਹਦੀ ਵਜ੍ਹਾ ਕਰਕੇ। ਤੇ ਇਹਨੂੰ ਜਿਹੜੀ ਮੈਨੇਜਮੈਂਟ ਕਰਨਾ ਹੁੰਦਾ ਆ, ਉਹਦੇ ਲਈ ਕਿਹੜੀਆਂ ਗੱਲਾਂ ਦਾ ਜ਼ਿਆਦਾ ਜਿਹੜੀਆਂ ਧਿਆਨ ਦੇਣ ਯੋਗ ਹੁੰਦੀਆਂ ਨੇ? ਕਰਨ ਜੀ ਸਰ, ਮੈਂ ਨਾ ਆਪਾਂ ਜਿਵੇਂ ਬਿਜਾਈ ਤੋਂ ਆਪਾਂ ਮਿੱਟੀ ਦੀ ਤੁਸੀਂ ਗੱਲ ਕੀਤੀ ਹੈ, ਮੈਂ ਇਸ ਤੋਂ ਵੀ ਥੋੜ੍ਹਾ ਜਿਹਾ ਅੱਗੇ ਹੋਰ ਜਾਵਾਂਗਾ। ਇੱਕ ਤਾਂ ਜਦੋਂ ਵੀ ਕਿਸਾਨ ਵੀਰ ਕੋਈ ਪੋਲੀ ਹਾਊਸ ਲਾਉਂਦਾ ਨਾ, ਜਾਂ ਉਸ ਨੂੰ ਕੋਈ ਮਹਿਕਮਾ ਲਵਾਉਂਦਾ ਹੈਗਾ, ਤਾਂ ਉਸ ਟਾਈਮ ਪਤਾ ਹੋਣਾ ਚਾਹੀਦਾ ਥੋੜ੍ਹਾ ਜਿਹਾ ਕਿ ਉਸ ਏਰੀਏ ਦੇ ਵਿੱਚ ਉਹ ਜਿਹੜੀ ਕ੍ਰੌਪ ਉਹ ਲਾਉਣਾ ਚਾਹੁੰਦਾ ਹੈ ਕਿ ਉਹਦੀ ਡਿਮਾਂਡ ਹੈਗੀ ਵੀ ਕਿ ਨਹੀਂ। ਮੰਡੀਕਰਨ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਉਹਦਾ ਮੰਡੀਕਰਨ ਕਿਵੇਂ ਕਰਾਂਗਾ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਸੀਗੀ, ਵੈਸੇ ਕਹਿੰਦੇ ਨਾ ਵੀ ਕਹਿੰਦੇ ਆਮ ਤੌਰ 'ਤੇ ਕਹਿੰਦੇ ਜੇ ਕਿਸਾਨ ਕਹਿੰਦੇ ਖੇਤ ਗੇੜਾ ਨਾ ਮਾਰੇ ਨਾ, ਤਾਂ ਫਸਲ ਉਹਦੀ ਉੱਧਰ ਜਾਂਦੀ ਹੈ, ਤਾਂ ਉਹਦੀ ਫਸਲ ਦਾ ਜੀ ਨਹੀਂ ਲੱਗਦਾ, ਤੇ ਉਹ ਫਸਲ ਆਟੋਮੈਟਿਕ ਹੀ ਮਤਲਬ ਉਹ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ, ਖਰਾਬ ਹੋ ਜਾਂਦੀ ਹੈਗੀ ਆ। ਇਹ ਬਿਲਕੁਲ ਇਹ ਸਾਇੰਸ ਨੇ ਵੀ ਪ੍ਰੂਵ ਕੀਤੀ ਗੱਲ ਹੈ। ਤੇ ਜੇ ਹੁਣ ਇਹਦੇ 'ਚ ਇਹ ਵੀ ਦੇਖਣਾ ਪੈਂਦਾ, ਜੇ ਫੈਮਿਲੀ ਮੈਂਬਰ 'ਚੋਂ ਕਿਸਾਨ ਇੱਕ ਹੀ ਬੰਦਾ ਕੰਮ ਕਰਨ ਵਾਲਾ, ਉਹਨੇ ਵਿਆਹ 'ਤੇ ਵੀ ਜਾਣਾ, ਦੇਖੋ ਜੀ ਦਵਾਈ ਬੂਟੀ ਲੈਣ ਵੀ ਜਾਣਾ, ਫੈਮਿਲੀ ਫੰਕਸ਼ਨ ਵੀ ਦੇਖਣੇ, ਤੇ ਜੇ ਉਹ 5 ਦਿਨ ਉਹ ਫੈਮਿਲੀ ਫੰਕਸ਼ਨ 'ਚੋਂ ਨਾ ਆਇਆ ਜੀ, ਤਾਂ ਇੱਧਰ ਆਪਣੀ ਫਸਲ ਦਾ ਪੋਲੀ ਹਾਊਸ 'ਚੋਂ ਧੂੰਆਂ ਨਿਕਲ ਜਾਣਾ। ਕਿਉਂਕਿ ਇਹਦੇ ਵਿੱਚ ਸੁਰੱਖਿਅਤ ਵੀ ਹੈਗੀ, ਕੰਟਰੋਲਡ ਵੀ ਹੈ, ਤਾਂ ਇਹਦੇ ਵਿੱਚ ਕਈ ਸਮੱਸਿਆ ਵੀ ਕ੍ਰੀਏਟ ਹੋ ਜਾਂਦੀਆਂ। ਸੋ ਇਹਦੇ ਵਿੱਚ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ 1-2 ਮੈਂਬਰ ਹੋਰ ਵੀ ਜਾਂ ਗਰੁੱਪ ਦੇ ਵਿੱਚ ਹੋਵੇ ਤਾਂ ਜ਼ਿਆਦਾ ਬੈਟਰ ਹੈ। ਇਹਦੇ ਵਿੱਚ ਲੇਬਰ ਤੋਂ ਬਿਨਾਂ ਤਾਂ ਸਰਦਾ ਨਹੀਂ। ਇੱਕ ਨਾ ਨੀਮਾਟੋਡ ਦੀ ਕਾਫੀ ਦਿੱਕਤ ਹੈ ਜਿਹੜੀ ਉਹ ਬਹੁਤ ਹੁਣ ਜ਼ਿਆਦਾ ਚੱਲੀ ਆ। ਪਹਿਲਾਂ ਤਾਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਸੀਗੀ, ਪਰ ਹੁਣ ਜਿਉਂ-ਜਿਉਂ ਸਮਾਂ ਅੱਗੇ ਜਾਈ ਜਾਂਦਾ ਤਾਂ ਇਹ ਬਹੁਤ ਜਿਹੜੀਆਂ ਬਿਮਾਰੀਆਂ ਨੇ ਉਹ ਨਵੀਆਂ ਵੀ ਆ ਜਾਂਦੀਆਂ ਨੇ। ਤਾਂ ਇਹ ਕਿਤੇ ਨਾ ਕਿਤੇ ਜਿਹੜੀ ਨੀਮਾਟੋਡ ਦੀ ਸਮੱਸਿਆ ਹੈ, ਇਹਨੂੰ ਦਵਾਈਆਂ ਦੇ ਨਾਲ ਵੀ ਟਰਾਈ ਕੀਤਾ ਪਰ ਕਾਬੂ ਨਹੀਂ ਹੁੰਦਾ। ਤਾਂ ਇਹ ਕਿਉਂ ਪੋਲੀ ਹਾਊਸ ਦੇ ਵਿੱਚ ਵਜ੍ਹਾ ਕੀ ਹੁੰਦੀ ਹੈ, ਅਤੇ ਇਹਨੂੰ ਹੱਲ ਕਰਨ ਦਾ ਕੋਈ ਹੋਰ ਨਵੀਂ ਖੋਜਬੀਨ ਕੀਤੀ ਹੈ? ਹਾਂਜੀ, ਐਕਚੁਅਲੀ ਜਿਹੜੇ ਨਿਮਾਟੋਡ ਦੀ ਤੁਸੀਂ ਗੱਲ ਕਰਦੇ, ਜਿਹੜੇ ਛੋਟੇ ਕ੍ਰਿਮੀ ਹੁੰਦੇ ਨੇ, ਇਹ ਪੈ ਜਾਂਦੇ ਨੇ, ਜੜ ਗੰਢ ਰੋਗ ਬਣਾਉਂਦੇ ਨੇ। ਇਹਨੂੰ ਕਹਿੰਦੇ ਆ ਛੁਪਿਆ ਹੋਇਆ ਰੋਗ, ਕਿਉਂਕਿ ਦੇਖੋ ਨਿਮਾਟੋਡ ਜੜ 'ਚ ਲੱਗਣਗੇ। ਹੁਣ ਆਪਾਂ ਇਹ ਤਾਂ ਨਹੀਂ ਵੀ ਸਾਰੇ ਬੂਟੇ ਦੀਆਂ ਜੜ੍ਹਾਂ ਪੜ ਕੇ ਦੇਖ ਲਾਂਗੇ, ਇਹਦੇ ਕਿਸਾਨ ਵੀਰ ਨੂੰ ਕਈ ਵਾਰੀ ਨਾ ਇਹਦੇ ਲੱਛਣਾਂ ਦਾ ਵੀ ਨਹੀਂ ਪਤਾ ਹੁੰਦਾ ਗਾ। ਇੱਕ ਗੰਢ ਹੋਰ ਕਰਕੇ ਵੀ, ਚੀਜ਼ਾਂ ਕਰਕੇ ਵੀ ਪੈ ਜਾਂਦੀ ਹੈ, ਰਾਈਜ਼ੋਮ ਬੈਕਟੀਰੀਆ ਉਹਦੇ ਕਰਕੇ ਵੀ ਪੈ ਜਾਂਦੀ ਹੈ। ਪਹਿਲਾਂ ਤੁਹਾਨੂੰ ਕਿਸਾਨ ਵੀਰ ਨੂੰ ਇਹਦੀ ਪਛਾਣ ਹੋਣੀ ਚਾਹੀਦੀ ਹੈ। ਤੁਸੀਂ ਕਿਹਾ ਕਿਉਂ ਹੁੰਦੇ ਆ ਇਹਦੇ ਵਿੱਚ, ਆਪਾਂ ਦੱਸ ਦਿਓ ਪਛਾਣ ਵਗੈਰਾ ਵੀ ਨਾ ਆਪਾਂ ਦੱਸ ਦਿਓ। ਹਾਂਜੀ, ਇਹਦੇ ਵਿੱਚ ਜਿਵੇਂ ਜਿਹੜੇ ਰਾਈਜ਼ੋਬੀਅਮ ਬੈਕਟੀਰੀਆ ਹੁੰਦੇ ਆ, ਉਹ ਜਿਹੜੀ ਜੜ ਹੁੰਦੀ ਹੈ, ਰਾਈਜ਼ੋਬੀਅਮ ਬੈਕਟੀਰੀਆ ਦੇ ਕਰਕੇ ਜਿਹੜੀ ਬਣਦੀ ਹੈ ਜੜ੍ਹਾਂ ਦੇ ਉੱਪਰ, ਉਹਨੂੰ ਆਪਾਂ ਈਜ਼ਲੀ ਯਾਨੀ ਕਿ ਆਪਾਂ ਨੂੰ ਹਟਾ ਸਕਦੇ ਹਾਂ। ਜਿਹੜੀ ਨਿਮਾਟੋਡ ਕਰਕੇ ਜੜ ਹੁੰਦੀ ਹੈ, ਉਹ ਜਿਵੇਂ ਨਹੀਂ ਆਪਣੇ ਹੱਥ ਜਲ ਜਾਂਦਾ ਤੇ ਉੱਤੇ ਛਾਲਾ ਪੈ ਜਾਂਦਾ, ਉਹ ਕਹਿੰਦੇ ਜੜ ਦਾ ਹੀ ਇੱਕ ਹਿੱਸਾ ਹੀ ਹੁੰਦੀ ਹੈਗੀ ਆ।
ਉਹਦੇ ਵਿੱਚ ਨਿਮਾਟੋਡ ਹੁੰਦੇ ਬਹੁਤ ਛੋਟੇ, ਜਿਹਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਉਹ ਤਾਂ ਹੋ ਗਈ ਜੜ ਦੇ ਵਿੱਚ। ਉਸ ਤੋਂ ਬਾਅਦ ਜੇ ਬੂਟੇ 'ਚ ਦੇਖੀਏ ਤਾਂ ਬੂਟੇ ਦੀ ਗਰੋਥ ਘਟ ਜਾਂਦੀ ਹੈ ਜੀ, ਬੂਟੇ ਦੀ ਗਰੋਥ ਘਟ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਫਰੂਟ ਵੀ ਲੱਗਣਗੇ ਤਾਂ ਉਹਦੀ ਵੀ ਗਰੋਥ ਘਟ ਜਾਂਦੀ ਹੈ। ਹੁੰਦਾ ਕਿਉਂ ਹੈ? ਇਸ ਲਈ ਹੁੰਦਾ ਕਿਉਂਕਿ ਇਹ ਆਪਣੀ ਛਾਂ ਰਹਿਣੀ ਹੈ, ਡ੍ਰਿਪ ਨਾਲ ਆਪਾਂ ਪਾਣੀ ਲਗਾਉਣਾ ਉੱਥੇ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ, ਉਹ ਜ਼ਮੀਨ ਹੈ ਜਿਹੜੀ ਗਿੱਲੀ ਰਹਿੰਦੀ ਹੈ। ਜ਼ਮੀਨ ਜਦੋਂ ਗਿੱਲੀ ਰਹਿੰਦੀ ਹੈ, ਸਿੱਲ ਰਹਿੰਦੀ ਹੈ, ਤਾਂ ਸਿੱਲ ਦੇ ਵਿੱਚ ਹੀ ਚੀਜ਼ ਪੈਦਾ ਹੋ ਜਾਂਦੀ ਹੈਗੀ ਆ। ਕੰਟਰੋਲ ਕਿਵੇਂ ਕਰਨਾ? ਕੁਝ ਤਾਂ ਵੈਰਾਈਟੀਆਂ ਹੀ ਹੁੰਦੀਆਂ ਜੀ ਜਿਹੜੀਆਂ ਇਸ ਨੂੰ ਮਤਲਬ ਉਸ 'ਤੇ ਨਿਮਾਟੋਡ ਘੱਟ ਲੱਗਦਾ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਦਵਾਈਆਂ ਵੀ, ਉਹ ਫਾਰਮੀਲਿਨ ਦਾ ਸਪਰੇਅ, ਜਿਹੜਾ ਆਪਾਂ ਦੱਸਿਆ ਵੀ ਮਈ ਜੂਨ ਦੇ ਵਿੱਚ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਫਾਰਮੀਲਿਨ ਦਾ ਸਪਰੇਅ ਕਰਕੇ ਉੱਪਰ ਪੋਲੀਸ਼ੀਟ ਵਿਛਾ ਦਿੰਦੇ ਆ, ਤਾਂ ਉਹਦੇ 'ਚ ਟੈਂਪਰੇਚਰ ਕਾਫੀ ਵੱਧ ਜਾਂਦਾ। ਬਾਹਰ ਦਾ 50 ਹੁੰਦਾ, ਅੰਦਰ ਦਾ ਆਟੋਮੈਟਿਕ 60 ਹੋ ਜਾਂਦਾ, ਉਹਦੇ ਨਾਲ ਵੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਅੱਜ ਕੱਲ੍ਹ ਕੁਝ ਫਾਰਮਰ ਇੱਦਾਂ ਵੀ ਕਰਨ ਲੱਗੇ ਆ, ਜਿਵੇਂ ਮਿੱਟੀ 'ਚ ਵੀ ਕੋਈ ਸਮੱਸਿਆ ਹੁੰਦੀ ਹੈ, ਕਈ ਵਾਰੀ ਮਿੱਟੀ 'ਚ pH ਜ਼ਿਆਦਾ ਹੁੰਦਾ, ਐਸੀਡਿਟੀ ਹੁੰਦੀ ਹੈ, ਐਲਕਲਾਈਨ ਹੁੰਦੀ ਹੈ, ਤਾਂ ਕੁਝ ਕਿਸਾਨ ਵੀਰ ਆਪਣੇ ਗਰੋ ਬੈਗ ਵੀ ਬਣਾਉਣ ਲੱਗ ਗਏ। ਮਿੱਟੀ ਬਾਹਰੋਂ ਵਧੀਆ ਲਿਆਉਂਦੇ, ਉਹਨੂੰ ਟਰੀਟ ਕਰ ਲੈਂਦੇ ਆ, ਉਹਦੇ ਵਿੱਚ ਵੀ ਉਗਾ ਰਹੇ ਹੈਗੇ ਆ। ਤਾਂ ਇਹ 'ਚ ਕਈ ਤਰੀਕੇ ਆ ਜੋ ਜਿਸ ਦੇ ਨਾਲ ਕਿਸਾਨ ਵੀਰ ਇਸ ਨੂੰ ਬਚਾ ਸਕਦਾ। ਕੁਝ ਕਿਸਾਨ ਵੀਰ ਇਹਦੇ ਕਰਦੇ ਵਿੱਚ 4-4 5-5 ਲਾਈਨਾਂ ਤੋਂ ਬਾਅਦ ਜਾਂ ਪੋਲੀ ਹਾਊਸ ਦੇ ਚਾਰੇ ਪਾਸੇ ਉਹ ਗੇਂਦਾ ਲਗਾ ਦਿੰਦਾ ਅੰਦਰ। ਉਹਦੀ ਗੇਂਦਾ 'ਚ ਵੀ ਨਾ ਇੱਕ ਉਹਦੀ ਜੜ 'ਚ ਇਹੋ ਜਿਹਾ ਰਸ ਜਾਂ ਕੁਝ ਖੁਸ਼ਬੂ ਜੀ ਨਿਕਲਦੀ ਟਾਈਪ, ਉਹ ਆ ਜਿਹੜੀ ਨਿਮਾਟੋਡ ਨੂੰ ਦੂਰ ਕਰ ਦਿੰਦੀ ਹੈ। ਤੇ ਵਿੱਚ ਦੀ ਸਾਨੂੰ ਜੇ ਹੋ ਸਕੇ ਥੋੜ੍ਹਾ ਜਿਹਾ, ਨਹੀਂ ਵੀ ਆਪਾਂ ਜਿਵੇਂ ਕਹਿੰਦੇ ਨਾ ਵੀ ਪਾਣੀ ਲਾਉਣਾ ਹੀ ਲਾਉਣਾ, ਕਿ ਰੂਟੀਨ ਹੀ ਬਣਾ ਲਿਆ ਵੀ ਝੋਨੇ 'ਚ ਮੋਟਰ ਛੱਡਣੀ ਹੈ। ਝੋਨੇ 'ਚ ਵੀ ਆਪਾਂ ਕਹਿੰਦੇ ਵੀ ਥੋੜ੍ਹਾ ਸੁਕਾਉਣ ਤੋਂ ਬਾਅਦ ਹੀ ਪਾਣੀ ਲਾਉਣਾ ਚਾਹੀਦਾ। ਇਹਦੀ ਚੀਜ਼ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਥੋੜ੍ਹੀ ਜ਼ਮੀਨ ਜੇ ਸੁੱਕ ਗਈ ਆ ਤਾਂ ਨਿਮਾਟੋਡ ਥੱਲੇ ਵੀ ਚਲਿਆ ਜਾਂਦਾ। ਉਸ ਤੋਂ ਬਾਅਦ ਹੀ ਆਪਾਂ ਨੂੰ ਜੋ ਪਾਣੀ ਲਾਵਾਂਗੇ ਤਾਂ ਨਿਮਾਟੋਡ ਥੱਲੇ ਉੱਪਰ ਜਾਏਗਾ, ਤਾਂ ਉਸ ਤੋਂ ਵੀ ਬਚਤ ਹੋ ਜਾਏਗੀ। ਜੇ ਆਪਾਂ ਕੰਟੀਨਿਊ 'ਚ ਮੋਇਸਚਰ ਜ਼ਿਆਦਾ ਰੱਖਾਂਗੇ ਤਾਂ ਨਿਮਾਟੋਡ ਉੱਪਰ ਪੈਦਾ ਹੋ ਜਾਂਦਾ ਬਹੁਤ ਜ਼ਿਆਦਾ। ਚਲੋ ਅੱਜ ਆਪਣੇ ਕੋਲ ਵਕਤ ਵੀ ਥੋੜ੍ਹੀ ਜਿਹੀ ਹੁਣ ਕਮੀ ਹੈ, ਕੋਈ ਗੱਲ ਸਵਾਲ ਆਪਣਾ ਸਾਡਾ ਰਹਿ ਗਿਆ ਹੋਵੇ ਵੀ ਇਹ ਜਾਣਕਾਰੀ ਵੀ ਦੇਣੀ ਜ਼ਰੂਰੀ ਆ ਤੇ ਤੁਹਾਨੂੰ ਲੱਗਦਾ ਹੋਵੇ, ਉਹ ਵੀ ਆਪਾਂ ਸਾਂਝੀ ਕਰ ਲਾਂਗੇ। ਮੈਂ ਤਾਂ ਜੀ ਹਮੇਸ਼ਾ ਹੀ ਇੱਕ ਸੁਝਾਅ ਦਿੰਦਾ ਹੁੰਦਾ ਕਿ ਕੋਈ ਵੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਇੱਕ ਤਾਂ ਕਿਸੇ ਵੀ ਮਹਿਕਮੇ ਦੇ ਕਿਸੇ ਵੀ ਮਤਲਬ ਅਫਸਰ ਨਾਲ ਡਿਸਕਸ਼ਨ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰੀ ਕਿਸਾਨ ਵੀਰ ਇਹ ਵੀ ਕਹਿੰਦੇ ਆ ਵੀ ਅਸੀਂ ਤਾਂ ਵੀ ਮਹਿਕਮੇ ਤੋਂ ਜ਼ਿਆਦਾ ਜਾਣਦੇ ਹਾਂ। ਚਲੋ ਕੋਈ ਗੱਲ ਨਹੀਂ ਜੀ, ਕਿਸਾਨ ਵੀਰ ਵੀ ਇੱਕ ਸਾਇੰਸਦਾਨ ਆ, ਉਹ ਬਹੁਤ ਬਿਲਕੁਲ ਜਾਣਦਾ। ਪਰ ਕਈ ਵਾਰੀ ਕੀ ਹੁੰਦਾ ਕਿ ਉਹ ਕਿਤੇ ਗਲਤੀ ਬਹੁਤ ਵੱਡੀ ਕਰ ਲੈਂਦਾ। ਸੋ ਮੇਰਾ ਸੁਝਾਅ ਹੈ ਕਿ ਇੱਕ ਸਟੈਪ ਸੋਚ ਕੇ ਪੁੱਟਣਾ, ਠੀਕ ਹੈ ਜੀ। ਕੋਈ ਵੀ ਕੰਮ ਨਵੀਂ ਤਕਨੀਕ ਆ ਗਈ, ਇਹ ਨਹੀਂ ਕਿ ਆਪਣੇ ਗਵਾਂਢੀਆਂ ਲਾਈਏ ਨਵੀਂ ਤਕਨੀਕ ਆ ਮੈਂ ਵੀ ਲਾ ਲਵਾਂ। ਤੁਹਾਨੂੰ ਤਕਨੀਕ ਦੀ ਲੋੜ ਕੀ ਹੈ? ਜਿਵੇਂ ਆਪਾਂ ਕਣਕ ਝੋਨੇ ਤੋਂ ਆਪਾਂ ਕਹਿੰਦੇ ਨਹੀਂ ਵੀ ਇੱਧਰ ਜੇ ਜਾਣਾ ਆਪਾਂ ਸਬਜ਼ੀਆਂ ਵੱਲ, ਤਾਂ ਕਿਉਂ ਜਾ ਰਿਹਾ? ਪਹਿਲਾਂ ਕਿਸਾਨ ਵੀਰ ਨੂੰ ਖੁਦ ਨੂੰ, ਮੈਂ ਨਹੀਂ ਸਮਝਾਉਣਾ ਉਹਨੂੰ ਕਿ ਭਾਈ ਤੈਨੂੰ ਕਣਕ ਝੋਨੇ ਤੋਂ ਇੱਧਰ ਜਾ, ਉਹਨੂੰ ਖੁਦ ਨੂੰ ਵੀ ਪਤਾ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਬਾਤਾਂ, ਕਿੱਥੋਂ ਕੀ ਲੈਣਾ, ਬੀਜ ਕੀ ਲੈਣਾ, ਪਲੈਨਿੰਗ ਕੀ ਆ, ਮਾਰਕੀਟਿੰਗ ਕੀ ਆ, ਉਸ ਏਰੀਏ 'ਚ ਉਸ ਚੀਜ਼ ਦੀ ਡਿਮਾਂਡ ਹੈਗੀ ਕਿ ਨਹੀਂ। ਇੱਕ ਕਿਸਾਨ ਵੀਰ ਨੇ ਕਿਹਾ ਜੀ ਮੈਂ ਚੈਰੀ ਟਮਾਟੋ ਲਾਇਆ, ਮੇਰਾ ਮਾਰਕੀਟ 'ਚ ਲਿਆ ਨਹੀਂ, ਕਹਿੰਦੇ ਕਿ ਨਿੱਕੇ ਨਿੱਕੇ ਟਮਾਟਰ। ਸੋ ਕਹਿਣ ਦਾ ਮਤਲਬ ਉਸ ਏਰੀਏ 'ਚ ਡਿਮਾਂਡ ਵੀ, ਜੋ ਮੰਗ ਵੀ ਦੇਖਣੀ ਹੈਗੀ ਹੈ, ਉਸ ਏਰੀਏ ਦਾ ਕਸਟਮਰ ਦੇਖੋ। ਐਂਡ ਦੇ ਵਿੱਚ ਜਿਹੜਾ ਪੋਲੀ ਹਾਊਸ ਦੇ ਵਿੱਚ ਜੋ ਵੀ ਕੁਝ ਉਗਾਇਆ ਜਾਂ ਕੁਝ ਵੀ ਉਗਾਇਆ, ਆਪਾਂ ਕੁਝ ਨਵੀਂ ਚੀਜ਼ ਉਗਾਈ, ਤਾਂ ਜੇ ਆਪਣੀ ਵਿਕੀ ਨਾ ਕੀ ਫਾਇਦਾ? ਉਹ ਕਿਸਾਨ ਵੀ, ਉਹ ਕਸਟਮਰ ਨੂੰ ਵੀ ਪਤਾ ਨਹੀਂ, ਉਹ ਕਹਿੰਦੇ ਜੀ ਅਸੀਂ ਨਹੀਂ ਆਹ ਚੀਜ਼ ਲੈਣੀ ਆ, ਪਤਾ ਨਹੀਂ ਕੀ ਹੈਗੀ ਹੈ। ਸੋ ਇਹਨਾਂ ਸਾਰੇ ਸਟੈਪ ਨੂੰ ਸੋਚ ਕੇ ਕਿਸਾਨ ਵੀਰ ਨੂੰ ਜੋ ਹੈ ਆਪਣਾ ਅਗਲਾ ਕਦਮ ਪੁੱਟਣਾ ਚਾਹੀਦਾ ਹੈ। ਜੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਤੇ ਸਨ ਸਾਡੇ ਨਾਲ ਡਾਕਟਰ ਨਿਰਮਲ ਵੀਰ ਜੀ, ਜਿਨ੍ਹਾਂ ਨੇ ਦੱਸਿਆ ਵੀ ਜੇਕਰ ਕਿਸਾਨ ਨੇ ਖੇਤੀ ਨੂੰ ਕਾਮਯਾਬ ਕਰਨਾ ਤਾਂ ਸਭ ਤੋਂ ਪਹਿਲਾਂ ਇਹ ਹੈ ਵੀ ਉਹਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਸੁਰੱਖਿਅਤ ਤਰੀਕੇ ਨਾਲ ਖੇਤੀ ਕਿਵੇਂ ਕਰ ਸਕੇ। ਕਿਉਂਕਿ ਕਿਸਾਨਾਂ ਕੋਲ ਜ਼ਮੀਨ ਦਾ ਰਕਬਾ ਕਾਫੀ ਹੁਣ ਘੱਟ ਆ, ਤਾਂ ਉਹ ਲੋ ਟਰਨਲ ਜਿਹੜੀ ਆ ਉਹਦੇ ਨਾਲ ਖੇਤੀ ਕਰ ਸਕਦੇ ਨੇ। ਇਹ ਸਸਤੀ ਵੀ ਹੈ ਅਤੇ ਉਹਦੇ ਨਾਲ ਤੁਸੀਂ ਅਗੇਤੀ ਫਸਲ ਬੀਜ ਕੇ ਕਮਾਈ ਵੀ ਜ਼ਿਆਦਾ ਕਰ ਸਕਦੇ ਹੋ। ਅਤੇ ਕਿਉਂਕਿ ਜੇਕਰ ਕਿਸਾਨ ਨੇ ਖੇਤੀ ਨੂੰ ਕਾਮਯਾਬ ਬਣਾਉਣਾ ਤਾਂ ਉਹਨੂੰ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਅਪਡੇਟ ਜ਼ਰੂਰ ਰੱਖਣਾ ਪੈਂਦਾ, ਤਾਂ ਹੀ ਉਹ ਕਾਮਯਾਬ ਹੋ ਸਕਦਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਫਲ ਕਿਸਾਨ ਦੇ ਨਾਲ ਖੇਤੀ ਨਾਲ ਜੁੜੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।